हाँ जी, ਸਤਿ ਸ਼੍ਰੀ ਅਕਾਲ ਜੀ। ਸਾਰੇ ਪੰਜਾਬੀ ਅਧਿਆਪਕਾਂ ਨੂੰ ਮਾਂ ਬੋਲੀ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤਾਂ ਥੋੜ੍ਹੀ ਜਿਹੀ ਵੀਡੀਓ ਅਕਾਊ ਹੋਣੇ ਵਾਲੀ ਹੈ, ਠੀਕ ਹੈ ਜੀ। ਤਾਂ ਥੋੜ੍ਹਾ ਜਿਹਾ ਮਤਲਬ ਚੁਸਤ ਹੋ ਕੇ ਬੈਠਿਓ ਜਾਂ ਇੱਕ ਦੋ ਵਾਰੀ ਬੰਦ ਕਰਕੇ ਦੁਬਾਰੇ ਦੇਖ ਲਿਓ, ਠੀਕ ਹੈ ਜੀ। ਸ਼ੁਰੂ ਕਰਦੇ ਹਾਂ ਜੀ ਬਿਨਾਂ ਦੇਰੀ ਕੀਤੇ। ਪ੍ਰਸ਼ਨ ਨੰਬਰ 1 ਜੀ, ਸ਼ਬਦ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਕਿਹੜੀ ਹੈਗੀ ਹੈ? ਸ਼ਬਦ ਦੀ, ਦੇਖੋ ਸ਼ਬਦ ਦੀ ਹੈ ਨਾ, ਕੁਐਸਚਨ ਨੂੰ ਧਿਆਨ ਨਾਲ ਪੜ੍ਹ ਲੈਣਾ ਮੈਂ। ਸ਼ਬਦ ਦੀ ਛੋਟੀ ਤੋਂ ਛੋਟੀ ਇਕਾਈ ਹੈਗੀ ਹੈ ਰੂਪਗ੍ਰਾਮ, ਠੀਕ ਹੈ ਜੀ। ਰੂਪਗ੍ਰਾਮ ਆਪਣੇ ਆਪ ਵਿੱਚ ਇੱਕ ਸੁਤੰਤਰ ਸ਼ਬਦ ਹੁੰਦਾ ਵਾ। ਭਾਵਅੰਸ਼ ਵੀ ਕਹਿ ਦਿੱਤਾ ਜਾਂਦਾ, ਠੀਕ ਹੈ ਜੀ, ਜਿਸ ਨੂੰ ਸੁਤੰਤਰ ਜਾਂ ਵਧੇਜੀ, ਠੀਕ ਆ। ਭਾਵਅੰਸ਼ ਜਿਹੜੇ ਹੁੰਦੇ ਨੇ ਸੁਤੰਤਰ ਜਾਂ ਵਧੇਜੀ ਹੁੰਦੇ ਨੇ। ਰੂਪਗ੍ਰਾਮ ਜਾਂ ਭਾਵਅੰਸ਼ ਇੱਕੋ ਹੀ ਗੱਲ ਹੈਗੀ ਆ। ਭਾਵਅੰਸ਼ ਵੀ ਕਹਿ ਦਿੱਤਾ ਜਾਂਦਾ, ਰੂਪਗ੍ਰਾਮ ਵੀ ਕਹਿ ਦਿੱਤਾ ਜਾਂਦਾ। ਅੱਗੇ ਸਮਝ ਲੱਗ ਜੂਗੀ ਤੁਹਾਨੂੰ, ਠੀਕ ਹੈ। ਜਿਵੇਂ ਸੁਤੰਤਰ ਹੁੰਦਾ, ਜਿਵੇਂ ਮਾਂ ਹੋ ਗਿਆ, ਠੀਕ ਆ ਜੀ। ਮਾਂ ਹੋ ਗਿਆ, ਠੀਕ ਹੈ। ਛਾਂ ਹੋ ਗਿਆ। ਮਾਵਾਂ ਜਿਹੜੀਆਂ ਹੈਗੀਆਂ ਮਾਵਾਂ ਬਣ ਕੇ ਮਾਂ ਤੋਂ ਮਾਵਾਂ, ਤਾਂ ਇਹ ਦੋ ਰੂਪਗ੍ਰਾਮ ਹੋ ਗਏ ਇਕੱਠੇ, ਠੀਕ ਹੈ ਜੀ। ਅਤੇ ਬੰਧੇਜੀ ਜਿਹੜੇ ਰੂਪਗ੍ਰਾਮ ਹੁੰਦੇ ਨੇ ਉਹਨਾਂ ਵਿੱਚ ਕੀ ਅਗੇਤਰ ਜਾਂ ਪਿਛੇਤਰ ਲਾ ਕੇ ਆਪਾਂ ਬਣਾ ਸਕਦੇ ਹਾਂ, ਠੀਕ ਆ। ਜਿਵੇਂ ਇਹਦੇ ਮੂਹਰੇ ਆਪਾਂ ਸਿਰਨਾਮਾ ਲਾ ਦਈਏ ਜਾਂ ਮਤਲਬ ਕਮਾਵਾਂ ਲਾ ਦਈਏ, ਹੈ ਨਾ। ਅਗੇਤਰ ਲੱਗ ਕੇ ਜਾਂ ਪਿਛੇਤਰ ਲੱਗ ਕੇ ਮਤਲਬ ਕੀ ਆ, ਬੰਦ ਹੁੰਦਾ ਜਦੋਂ ਕਿਸੇ ਚੀਜ਼ ਨੂੰ ਰੋਕ ਦਿੱਤਾ ਜਾਂਦਾ, ਠੀਕ ਆ। ਕਮਾ ਅਤੇ ਕਮਾਈਆਂ, ਠੀਕ ਆ। ਕਮਾਈਆਂ ਤੋਂ ਬਾਅਦ ਅਸੀਂ ਪਿੱਛੇ ਹੋਰ ਕੁਛ ਨਹੀਂ ਜੋੜ ਸਕਦੇ, ਹੈ ਨਾ। ਉਹਨੂੰ ਅਸੀਂ ਬੰਧੇਜੀ ਕਹਿ ਦਾਂਗੇ ਮਤਲਬ। ਤਾਂ ਯਾਦ ਰੱਖ ਲਓ, ਠੀਕ ਹੈ। ਸ਼ਬਦ ਦੀ ਛੋਟੀ ਤੋਂ ਛੋਟੀ ਇਕਾਈ ਜਿਹੜੀ ਕਿਹੜੀ ਹੈਗੀ ਹੈ? ਰੂਪਗ੍ਰਾਮ ਅਤੇ ਭਾਵਅੰਸ਼। ਇਹ ਹੈਗੇ ਨੇ ਦੋ ਤਰ੍ਹਾਂ ਦੇ, ਠੀਕ ਹੈ ਜੀ, ਸੁਤੰਤਰ ਅਤੇ ਬੰਧੇਜੀ। ਅੱਗੇ ਜੀ, ਸ਼ਬਦ ਕਾਵਿ ਰੂਪ ਗੁਰੂ ਮਹਿਮਾ ਕੀਤੀ ਜਾਂਦੀ ਹੈ, ਠੀਕ ਹੈ। ਇਹਦੇ 'ਚ ਉਸਤਤ ਵੰਨਗੀ ਨਾਲ ਸੰਬੰਧਿਤ ਹੈਗਾ, ਖਾਸ ਤੌਰ 'ਤੇ ਧਾਰਮਿਕ ਖੇਤਰ ਦੇ ਵਿੱਚ ਜਿਹੜਾ ਵਾ ਜ਼ਿਆਦਾ ਵਰਤਿਆ ਜਾਂਦਾ, ਹੈ ਨਾ। ਮਤਲਬ ਜਿਹੜਾ ਸ਼ਬਦ ਜਿਹੜਾ ਹੈਗਾ ਵਾ, ਇਹ ਮਤਲਬ ਕਿ ਕਾਵਿ ਰੂਪ ਹੈਗਾ। ਮਤਲਬ ਇਹ ਕਿਸੇ ਪ੍ਰਕਾਰ ਦਾ ਛੰਦ ਨਹੀਂ ਹੈਗਾ, ਸਗੋਂ ਅਨੇਕਾਂ ਛੰਦ ਜਿਹੜੇ ਹੈਗੇ ਨੇ ਆਪਾਂ ਸ਼ਬਦ ਦੇ ਵਿੱਚ ਦੇਖ ਸਕਦੇ ਹੈਗੇ, ਹੈ ਨਾ। ਇਸ ਨੂੰ ਧਿਆਨ ਦੇ ਨਾਲ ਤੁਸੀਂ ਨੋਟ ਕਰ ਲਿਓ। ਸ਼ਬਦ ਕਾਵਿ ਰੂਪ ਆ, ਠੀਕ ਹੈ ਜੀ। ਉਸਤਤ ਖਾਸ ਤੌਰ 'ਤੇ ਧਾਰਮਿਕ ਵੰਨਗੀ ਦਾ। ਛੰਦ ਅਨੇਕਾਂ ਰੂਪ ਸ਼ਬਦ ਵਿੱਚ ਦੇਖਿਆ ਜਾ ਸਕਦਾ ਹੈ। ਅੱਗੇ ਜੀ ਆ ਜਾਂਦਾ ਬਿਰਤਾਂਤ ਕਾਵਿ। ਦੇਖੋ ਬਿਰਤਾਂਤ ਕਾਵਿ ਜਿਹੜਾ ਵਾ ਦੋ ਤਰ੍ਹਾਂ ਦਾ ਹੁੰਦਾ। ਬਿਰਤਾਂਤ ਮਤਲਬ ਜਿਹਦੇ ਵਿੱਚ ਕਥਾ ਰਸ ਹੁੰਦਾ, ਹੈ ਨਾ, ਤਾਂ ਉਹਨੂੰ ਆਪਾਂ ਮਤਲਬ ਕੀ ਆ ਬਿਰਤਾਂਤ ਕਾਵਿ ਕਹਿ ਦਿੰਦੇ ਹਾਂ। ਬਾਹਰਮੁਖੀ ਹੈਗਾ ਵਾ। ਬਿਰਤਾਂਤ ਕਾਵਿ ਕਿੱਸਾ ਕਾਵਿ ਹੈਗੇ ਨੇ, ਬਿਰਤਾਂਤ ਕਾਵਿ ਦੇ ਵਿੱਚ ਹੀ ਆ ਜਾਂਦੇ ਨੇ, ਹੈ ਨਾ। ਇੱਕ ਤਾਂ ਹੁੰਦਾ ਦੀਰਘ ਅਤੇ ਇੱਕ ਹੁੰਦਾ ਲਘੂ। ਦੀਰਘ ਹੁੰਦਾ ਲੰਬਾ ਜੀ, ਜਿਹਦੇ 'ਚ ਆਪਾਂ ਮਹਾਂਕਾਵਿ ਕਹਿ ਦਿੰਦੇ ਹਾਂ, ਸਰਗਾਂ 'ਚ ਵੰਡਿਆ ਹੁੰਦਾ, ਜਾਂ ਖੰਡ ਕਾਵਿ, ਠੀਕ ਹੈ। ਮਤਲਬ ਦੀਰਘ ਜਿਹੜਾ ਬਿਰਤਾਂਤ ਹੈਗਾ ਉਹ ਦੋ ਤਰ੍ਹਾਂ ਦਾ ਮੰਨ ਕੇ ਚੱਲੋ ਵੀ, ਜਿਹੜਾ ਮਹਾਂਕਾਵਿ ਹੁੰਦਾ ਜਾਂ ਖੰਡ ਕਾਵਿ ਹੁੰਦਾ ਵਾ, ਇਹ ਦੀਰਘ ਦੇ ਵਿੱਚ ਆਉਂਦੇ ਹੈਗੇ ਨੇ। ਲਘੂ ਜਿਹੜੇ ਹੁੰਦੇ ਨੇ, ਲਘੂ ਬਿਰਤਾਂਤ, ਠੀਕ ਆ, ਜਿਹਦੇ 'ਚ ਕਥਾ ਰਸ ਹੁੰਦਾ ਪਰ ਕੜੀਆਂ ਜਿਹੜੀਆਂ ਨਾਲ ਦੀ ਨਾਲ ਨਹੀਂ ਜੜੀਆਂ ਹੁੰਦੀਆਂ। ਜਿਵੇਂ ਖੰਡ ਕਾਵਿ ਹੈਗਾ, ਮਹਾਂਕਾਵਿ ਹੈਗਾ, ਹੈ ਨਾ। ਇਹਨਾਂ ਦੇ ਵਿੱਚ ਜਿਹੜਾ ਰਸ ਜਿਹੜਾ ਵਾ, ਭਾਵ ਕਿ ਕਹਾਣੀ ਜਿਹੜੀ ਹੈ ਕੜੀਆਂ ਨਾਲ ਦੀ ਨਾਲ ਜੁੜੀਆਂ ਹੁੰਦੀਆਂ ਨੇ, ਹੈ ਨਾ। ਜਿਵੇਂ ਆਪਣਾ ਸੁਖਮਨੀ ਸਾਹਿਬ ਜੀ ਹੈਗੇ ਨੇ, ਠੀਕ ਆ, ਉਹ ਦੀਰਘ ਬਿਰਤਾਂਤ ਆ। ਪਦ ਕਥਾ ਛੋਟਾ, ਠੀਕ ਆ ਜੀ। ਪਦ ਕਥਾ ਜਾਂ ਮਤਲਬ ਕਿ ਕਥਾ ਗੀਤ ਜਿਹੜਾ ਹੁੰਦਾ ਵਾ, ਜਿਹਦੇ 'ਚ ਥੋੜ੍ਹਾ ਰਸ ਹੋਵੇ, ਹੈ ਨਾ, ਮਤਲਬ ਕਿ ਜ਼ਿਆਦਾ ਨਾ ਹੋਵੇ, ਤਾਂ ਮਤਲਬ ਕਿ ਰਸ ਦੀ ਲੜੀ ਟੁੱਟਦੀ ਹੋਵੇ, ਹੈ ਨਾ, ਤਾਂ ਉਹਨੂੰ ਅਸੀਂ ਕੀ ਹੈ ਲਘੂ ਬਿਰਤਾਂਤ ਜਿਹੜਾ ਵਾ ਕਹਿ ਦਿੰਦੇ ਹੈਗੇ। ਅੱਗੇ ਆ ਜਾਂਦੀ ਪ੍ਰਗੀਤ। ਪ੍ਰਗੀਤ ਸਰੂਦੀ ਹਲਕੀ ਫੁਲਕੀ ਰਚਨਾ, ਹੈ ਨਾ। ਪ੍ਰਗੀਤ ਅਧੀਨ ਬਹੁਤ ਸਾਰੀਆਂ ਕਵਿਤਾਵਾਂ, ਬਹੁਤ ਸਾਰੇ ਗੀਤ ਜਿਹੜੇ ਲਿਖੇ ਜਾਂਦੇ ਨੇ, ਹੈ ਨਾ। ਤਾਂ ਸਰੂਦੀ ਜਿਵੇਂ ਕਹਿ ਦਈਏ ਕਾਵਿ ਰੂਪ ਹੈਗਾ ਇਹ। ਹਲਕੀ ਫੁਲਕੀ ਰਚਨਾ ਜਿਹਦੇ ਵਿੱਚ ਕੋਈ ਮੂਡ ਜਾਂ ਕੋਈ ਭਾਵਨਾ ਜਾਂ ਕੋਈ ਸਿੰਗਲ ਵਿਚਾਰ ਜਿਹੜਾ ਪੇਸ਼ ਕੀਤਾ ਜਾਂਦਾ ਪ੍ਰਗੀਤ ਦੇ ਵਿੱਚ। ਜ਼ਿਆਦਾਤਰ ਪ੍ਰਗੀਤ ਜਿਹੜੇ ਹੁੰਦੇ ਨੇ ਆਪਣੇ ਆਪ ਨੂੰ ਸੰਬੋਧਨ ਹੁੰਦੇ ਨੇ, ਹੈ ਨਾ। ਅਤੇ ਅੱਗੇ ਆ ਜਾਂਦਾ ਜੀ ਸ਼ਰਵ ਕਾਵਿ। ਸ਼ਰਵ ਕਾਵਿ ਪ੍ਰਬੰਧ ਕਾਵਿ, ਇੱਕ ਹੁੰਦਾ ਦ੍ਰਿਸ਼ ਕਾਵਿ, ਇੱਕ ਹੁੰਦਾ ਸ਼ਰਵ ਕਾਵਿ, ਜਿਹਨੂੰ ਸੁਣਿਆ ਜਾ ਸਕੇ, ਹੈ ਨਾ। ਪ੍ਰਬੰਧ ਕਾਵਿ ਆ ਜਾਂਦਾ, ਠੀਕ ਹੈ ਜੀ, ਅਤੇ ਮੁਕਤਕ ਕਾਵਿ ਆ ਜਾਂਦਾ ਵਾ। ਇਹ ਧਿਆਨ ਨਾਲ ਤੁਸੀਂ ਇਹ ਵੀ ਥੋੜ੍ਹਾ ਜਿਹਾ ਧਿਆਨ ਦੇ ਨਾਲ ਦੇਖ ਲਓ, ਠੀਕ ਹੈ। ਪ੍ਰਬੰਧ ਕਾਵਿ ਜਿਵੇਂ ਸੁਖਮਨੀ ਸਾਹਿਬ ਹੈਗਾ, ਹੈ ਨਾ, ਮਤਲਬ ਆਪਾਂ ਪਹਿਲਾਂ ਉੱਪਰ ਕਰ ਚੁੱਕੇ ਹਾਂ। ਮਹਾਂਕਾਵਿ ਹੋ ਗਿਆ ਅਤੇ ਖੰਡ ਕਾਵਿ ਹੋ ਗਿਆ, ਹੈ ਨਾ। ਮੁਕਤਕ ਕਾਵਿ ਜਿਹੜਾ ਹੁੰਦਾ ਇਹ ਛੋਟਾ ਹੁੰਦਾ, ਲਘੂ ਕਾਵਿ ਹੁੰਦਾ। ਮੁਕਤਕ ਦੇ ਵਿੱਚ ਇੱਕ ਸਲੋਕ ਵੀ ਜਿਹੜਾ ਮੁਕਤਕ ਦੇ ਵਿੱਚ ਜਿਹੜਾ ਵਾ ਆ ਜਾਂਦਾ ਵਾ, ਠੀਕ ਆ। ਇਸ ਤੁਸੀਂ ਗੱਲ ਦਾ ਧਿਆਨ ਰੱਖਣਾ ਹੈਗਾ ਖਾਸ। ਪ੍ਰਬੰਧ ਕਾਵਿ ਮਤਲਬ ਵੱਡਾ ਹੁੰਦਾ ਵਾ, ਠੀਕ ਆ ਜੀ, ਜਿਹਨੂੰ ਅਸੀਂ ਬਿਰਤਾਂਤ ਕਹਿ ਦਿੰਦੇ ਹਾਂ, ਜਿਹਦੇ 'ਚ ਮਹਾਂਕਾਵਿ ਅਤੇ ਕੀ ਆ ਖੰਡ ਕਾਵਿ ਜਿਹੜੇ ਨੇ ਆ ਜਾਂਦੇ ਹੈਗੇ ਨੇ। ਸੁਖਮਨੀ ਸਾਹਿਬ ਪ੍ਰਬੰਧ ਕਾਵਿ ਜਿਹੜਾ ਵਾ ਸਾਡਾ ਹੈਗਾ ਵਾ। ਅੱਗੇ ਜੀ ਮੁਕਤਕ ਕਾਵਿ ਗੀਤ ਕਾਵਿ ਵੱਧ ਪ੍ਰਮੁੱਖ ਹੁੰਦਾ ਵਾ, ਭਾਵ ਇਹਦੇ ਵਿੱਚ ਗੀਤ ਜਿਹੜਾ ਹੁੰਦਾ ਵਾ ਭਾਵ ਛੋਟਾ, ਗੀਤ ਕਾਵਿ ਦੇ ਵਿੱਚ ਇਹਨੂੰ ਲੈ ਲਿਆ ਜਾਂਦਾ ਵਾ। ਇੱਕ ਹੀ ਸ਼ਲੋਕ ਜਿਹੜਾ ਉਹ ਵੀ ਮੁਕਤਕ ਕਾਵਿ ਦੇ ਵਿੱਚ ਕੀ ਆ ਗਿਣਿਆ ਜਾਂਦਾ ਹੈਗਾ ਵਾ। ਮੁੱਖ ਭੇਦ ਕਿਹੜੇ ਹੈਗੇ ਨੇ? ਗੀਤ ਜਾਂ ਪਾਠ। ਪਾਠਿਆ ਮਤਲਬ ਛੋਟਾ, ਠੀਕ ਹੈ। ਪਾਠ ਕਿੰਨਾ ਕੁ ਵੱਡਾ ਹੁੰਦਾ ਪਹਿਲੇ ਪਾਠ ਨਾ ਮਤਲਬ, ਤਾਂ ਇਸ ਚੀਜ਼ ਨੂੰ ਤੁਸੀਂ ਨੋਟ ਕਰ ਲਿਓ। ਅੱਗੇ ਹੈਗਾ ਜੀ ਸੁਧਾਰੀਕਰਨ। ਸੁਧਾਰੀਕਰਨ ਸਿਧਾਂਤ ਦੇਖੋ ਆਉਂਦਾ ਹੈਗਾ ਨਾ ਵਾਰ-ਵਾਰ, ਰਸ ਦੇ ਨਾਲ ਸੰਬੰਧਿਤ ਹੈਗਾ। ਆਚਾਰੀਆ ਭੱਟ ਨਾਇਕ ਜਿਹੜੇ ਹੈਗੇ ਨੇ ਉਹ ਇਸ ਸਿਧਾਂਤ ਦੇ ਮਤਲਬ ਕੀ ਹੈਗੇ ਨੇ ਗੁਰੂ ਹੈਗੇ ਨੇ। ਪੜ੍ਹਦੇ ਹਾਂ ਜੀ ਅੱਗੇ। ਜਦੋਂ ਰਚਨਾ ਨੂੰ ਪੜ੍ਹ ਰਿਹਾ ਪਾਠਕ, ਨਾਟਕ ਨੂੰ ਦੇਖ ਰਿਹਾ ਦਰਸ਼ਕ, ਰਚਨਾ ਰਾਹੀਂ ਪ੍ਰਗਟ ਕੀਤੇ ਰਸ ਨਾਲ ਅਭੇਦ ਹੋ ਜਾਂਦਾ ਹੈ।
ਤਾਂ ਅਸੀਂ ਉਸ ਨੂੰ ਸੁਧਾਰੀਕਰਨ ਕਹਿ ਦਿੰਦੇ ਹਾਂ ਨਾ। ਜਦੋਂ ਅਸੀਂ ਕੋਈ ਨਾਟਕ ਦੇਖਦੇ ਹੈਗੇ ਹਾਂ, ਫਿਲਮ ਦੇਖਦੇ ਹੈਗੇ ਹਾਂ, ਤਾਂ ਜਦੋਂ ਅਸੀਂ ਪੂਰੀ ਤਰ੍ਹਾਂ ਨਾਲ ਉਹਦੇ ਭਾਵ ਦੇ ਵਹਿਣ ਵਿੱਚ ਬਹਿ ਜਾਂਦੇ ਹਾਂ, ਸਾਡੇ ਅੱਖਾਂ ਦੇ ਵਿੱਚ ਜਾਂ ਸਾਡਾ ਜਿਹੜਾ ਮੂਡ, ਜਿਹੜੀ ਭਾਵਨਾ ਹੈਗੀ ਆ, ਉਹ ਬਿਲਕੁਲ ਉਹਦੇ ਨਾਲ ਇੱਕਮੁੱਖ ਹੋ ਜਾਂਦੀ ਹੈ ਨਾ, ਤਾਂ ਉਹਨੂੰ ਅਸੀਂ ਮਤਲਬ ਕੀ ਆ, ਇਸ ਚੀਜ਼ ਨੂੰ ਅਸੀਂ ਸੁਧਾਰੀਕਰਨ ਦਾ ਸਿਧਾਂਤ ਕਹਿ ਦਾਂਗੇ। ਜਦੋਂ ਮਤਲਬ ਅਸੀਂ ਉਸ ਚੀਜ਼ ਦੇ ਨਾਲ ਬਿਲਕੁਲ ਇੱਕਮੁੱਖ ਹੋ ਜਾਂਦੇ ਹਾਂ, ਹੈ ਨਾ। ਅੱਗੇ ਬ੍ਰੈਕਟ ਨਾਟ, ਜਿਵੇਂ ਆਪਣੇ ਉਹ ਨਾਟਕਸ ਦੇ ਵਿੱਚ ਆਪਾਂ ਦੇਖਦੇ ਹੈਗੇ ਹਾਂ ਨਾ, ਮਤਲਬ ਕੀ ਆ, ਟੁੱਟਣਾ, ਬ੍ਰੈਕਟ ਨਾਟ ਪ੍ਰਭਾਵ, ਮਤਲਬ ਉਹ ਕੀ ਸੀਗਾ, ਉਹ ਇਸ ਚੀਜ਼ ਤੋਂ ਅਲੱਗ ਹੈਗਾ। ਉਹ ਕਹਿੰਦੇ ਕਿ ਨਾਟਕੀ ਪ੍ਰਭਾਵ ਟੁੱਟਣਾ ਚਾਹੀਦਾ ਵਾ, ਮਤਲਬ ਜਿਹੜਾ ਦਰਸ਼ਕ ਹੈਗਾ ਉਹਦੇ 'ਚ ਬੁੱਧੀ ਦੀ, ਮਤਲਬ ਕਿ ਤਰਕ ਦੀ ਦਲੀਲ ਹੋਣੀ ਚਾਹੀਦੀ ਆ, ਮਤਲਬ ਕਿਵੇਂ ਹੋ ਰਿਹਾ ਹੈ ਨਾ, ਕਿਵੇਂ ਹੋ ਰਿਹਾ, ਕਿਉਂ ਹੋ ਰਿਹਾ, ਮਤਲਬ ਉਸ ਚੀਜ਼ ਜਿਹੜੀ ਹੈਗੀ ਉਹਨੂੰ ਬ੍ਰੈਕਟ ਨਾਟ ਦੇ ਅਧੀਨ ਜਿਹੜਾ ਵਾ ਵਰਤਿਆ ਜਾਂਦਾ ਹੈਗਾ। ਪਰ ਸੁਧਾਰੀਕਰਨ ਇੱਥੇ ਫਿਲਹਾਲ ਆਪਣਾ ਸੁਧਾਰੀਕਰਨ ਨਾਲ ਸੰਬੰਧ ਹੈਗਾ ਆਚਾਰੀਆ ਭੱਟ ਨਾਇਕ। ਜਦੋਂ ਆਪਾਂ ਮਤਲਬ ਕੀ ਆ, ਭਾਵਨਾ ਦੇ ਵਹਿਣ ਵਿੱਚ ਕੋਈ ਚੀਜ਼ ਨੂੰ ਪੜ੍ਹਦੇ ਹਾਂ, ਉਹਦੇ ਨਾਲ ਬੈਠ ਜਾਂਦੇ ਹੈਗੇ, ਜਾਂ ਉਹਦੇ ਦਾ ਅਸਰ ਮਤਲਬ ਕਿ ਪੂਰੀ ਤਰ੍ਹਾਂ ਉਹਦੇ ਨਾਲ ਅਭੇਦ ਹੋ ਜਾਂਦੇ ਹਾਂ। ਕਈ ਅਸੀਂ ਰੋਣ ਵੀ ਲੱਗ ਜਾਂਦੇ ਹਾਂ, ਹੈ ਨਾ, ਮਤਲਬ, ਜਾਂ ਕਈ ਅਸੀਂ ਦੇਖਦੇ ਹਾਂ ਬੱਚੇ ਮਤਲਬ ਕੀ ਆ ਰੋਣ ਲੱਗ ਜਾਂਦੇ ਹੈਗੇ ਨੇ, ਜਾਂ ਮਤਲਬ ਕੀ ਆ ਉਹ ਨਾਟਕ ਇੰਨਾ ਵਧੀਆ ਹੁੰਦਾ ਵਾ ਨਾ, ਉਹਦੇ ਆਪਾਂ ਭਾਵ ਦੇ ਵਿੱਚ ਬਹਿ ਜਾਂਦੇ ਹੈਗੇ। ਹਾਂਜੀ, ਅੱਗੇ ਆ ਜਾਂਦਾ ਜੀ ਰਸ ਦੀ ਜਿਹੜੀ ਨਿਸ਼ਪੱਤੀ ਜਾਂ ਰਸ ਦੀ ਉਤਪੱਤੀ ਹੈਗੀ ਆ ਵਿਭਾਵ ਦੇ, ਠੀਕ ਹੈ, ਅਨੁਭਾਵ ਅਤੇ ਸੰਚਾਰੀ ਭਾਵ। ਦੇਖੋ ਵਿਭਾਵ ਕੀ ਹੁੰਦਾ ਹੈ ਨਾ, ਮਤਲਬ ਇਹਨਾਂ ਤਿੰਨਾਂ ਚੀਜ਼ਾਂ ਤੋਂ ਜਿਹੜਾ ਮਤਲਬ ਕਿ ਵਿਭਾਵ, ਅਨੁਭਾਵ, ਸੰਚਾਰੀ ਭਾਵ, ਇਹਨਾਂ ਦੇ ਸੰਯੋਗ ਤੋਂ ਹੀ ਜਿਹੜੀ ਰਸ ਦੀ ਜਿਹੜੀ ਉਤਪੱਤੀ ਮੰਨੀ ਜਾਂਦੀ ਹੈ ਨਾ, ਰਸ। ਦੇਖੋ ਵਿਭਾਵ ਕੀ ਹੁੰਦਾ ਵਾ, ਵਿਭਾਵ ਮਤਲਬ ਕਿ ਬਿਆਨ ਹੋਏ ਉਹ ਕੁਦਰਤੀ ਦ੍ਰਿਸ਼ ਨਾ, ਜਦੋਂ ਕੋਈ ਫਿਲਮ ਚੱਲਦੀ ਹੈਗੀ, ਨਾਟਕ ਆਉਂਦਾ ਹੈਗਾ ਨਾ, ਮਤਲਬ ਤਾਂ ਉਹਦੇ ਨਾਇਕ ਅਤੇ ਨਾਇਕਾ ਹੈਗੇ, ਜਿਹੜਾ ਵਰਣਨ ਜਾਂ ਜੋ ਵਾਤਾਵਰਨ ਦਿਖਾਇਆ ਜਾਂਦਾ ਹੈ ਨਾ, ਜਿਹਨੂੰ ਅਸੀਂ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਨਾ, ਕਿ ਸਾਡਾ ਧਿਆਨ ਉਹਦੇ 'ਚ ਜਾ ਵੜਦਾ ਹੈ ਨਾ, ਪਹਿਲੀ ਨਜ਼ਰ ਦੇ ਵਿੱਚ ਨਾ ਅਸੀਂ ਉਸ ਚੀਜ਼ ਨੂੰ ਸਮਝਣਾ ਸ਼ੁਰੂ ਕਰ ਦਿੰਦੇ, ਤਾਂ ਅਸੀਂ ਉਸਨੂੰ ਵਿਭਾਵ ਕਹਿ ਦਿੰਦੇ ਹਾਂ। ਅਨੁਭਾਵ ਹੁੰਦਾ ਵਾ ਜਦੋਂ ਉਹ ਜਿਹੜੇ ਪਾਤਰ ਹੈਗੇ ਨੇ, ਘਟਨਾਵਾਂ ਹੈਗੀਆਂ, ਜਦੋਂ ਸਾਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੰਦੀਆਂ ਹਨ, ਤਾਂ ਅਸੀਂ ਉਹਨੂੰ ਕੀ ਅਨੁਭਾਵ ਕਹਿ ਦਿੰਦੇ ਹਾਂ। ਜਿਹੜੀਆਂ ਮਤਲਬ ਕੀ ਆ, ਮਤਲਬ ਕਿ ਪਾਠਕ ਦੇ ਸਰੀਰ ਜਾਂ ਮਨ ਦੇ ਉੱਪਰ ਹੈ ਨਾ, ਜਿਹੜੀਆਂ ਚੀਜ਼ਾਂ ਮਤਲਬ ਉਤੇਜਿਤ ਹੋ ਜਾਂਦੀਆਂ ਨੇ, ਹੈ ਨਾ, ਤਾਂ ਮਤਲਬ ਜਦੋਂ ਅਸੀਂ ਉਹਨਾਂ ਦੇ ਨਾਲ ਮਤਲਬ ਕਿ ਸੋਚਣਾ ਵਿਚਾਰਨਾ ਸ਼ੁਰੂ ਕਰ ਦਿੰਦੇ ਹਾਂ, ਉਹਨੂੰ ਅਨੁਭਾਵ ਕਹਿ ਦਿੰਦੇ ਹਾਂ। ਸੰਚਾਰੀ ਭਾਵ ਕਿਹੜੇ ਹੁੰਦੇ ਨੇ, ਜਦੋਂ ਮਤਲਬ ਕਿ ਸਾਨੂੰ ਡਰ, ਭੈ, ਚਿੰਤਾ ਮਤਲਬ ਹੋ ਜਾਂਦੀ ਹੈ ਨਾ, ਪੂਰੀ ਤਰ੍ਹਾਂ ਨਾਲ ਅਸੀਂ ਉਹਦੇ ਵਿੱਚ ਖੁੱਭ ਜਾਂਦੇ ਹਾਂ, ਤਾਂ ਅਸੀਂ ਉਸ ਨੂੰ ਕੀ ਆ, ਸੰਚਾਰੀ ਭਾਵ ਕਹਿ ਦਿੰਦੇ ਨੇ। ਆਮ ਤੌਰ 'ਤੇ ਵਿਭਾਵ ਜਿਹੜੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ, ਅਲੰਬਨ ਅਤੇ ਉਦੀਪਨ, ਠੀਕ ਹੈ। ਜਿਹੜਾ ਵਿਭਾਵ ਨੇ, ਅਲੰਬਨ ਅਤੇ ਉਦੀਪਨ। ਅਲੰਬਨ ਵਿਭਾਵ ਉਹ ਹੁੰਦਾ ਜਿਹੜੇ ਮਤਲਬ ਜਿਹਦੇ ਸਹਾਰੇ, ਮਤਲਬ ਕਿ ਅਲੰਬਨ ਦਾ ਸੰਬੰਧ ਵੈਸੇ ਪ੍ਰੇਮ ਦੇ ਨਾਲ ਹੀ ਦੱਸਿਆ ਗਿਆ ਹਨ, ਕਿ ਮਤਲਬ ਕੀ ਆ, ਜਿਸ ਦੇ ਸਹਾਰੇ ਪ੍ਰੇਮ ਆਦਿਕ ਭਾਵ ਪੈਦਾ ਹੁੰਦੇ ਹਨ, ਉਸ ਨੂੰ ਮਤਲਬ ਕਿ ਅਲੰਬਨ ਕਹਿ ਦਿੱਤਾ ਜਾਂਦਾ ਵਾ। ਹਾਂਜੀ, ਅੱਗੇ ਆ ਜਾਂਦੀਆਂ ਸ਼ਬਦ ਸ਼ਕਤੀਆਂ, ਠੀਕ ਆ। ਤੁਸੀਂ ਸ਼ਬਦ ਸ਼ਕਤੀਆਂ ਸੁਣੀਆਂ ਹੋਣੀਆਂ ਨੇ। ਸ਼ਬਦ ਸ਼ਕਤੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ, ਤਿੰਨ ਪ੍ਰਕਾਰ। ਅਵਿਦਾ ਹੋ ਗਈ, ਠੀਕ ਆ, ਲਕਸ਼ਣਾ ਹੋ ਗਈ ਅਤੇ ਵਿਅੰਜਨਾ ਹੋ ਗਈ। ਅਵਿਦਾ ਤਾਂ ਸਿੱਧੇ ਅਰਥ ਹੀ ਹੋ ਗਏ, ਹੈ ਨਾ, ਮਤਲਬ ਜਿਵੇਂ ਮੁਹਾਵਰਾ ਹੋ ਗਿਆ ਆਪਾਂ ਕਹਿ ਦਿੰਦੇ ਹਾਂ। ਅਤੇ ਜਿਹੜੀ ਲਕਸ਼ਣਾ ਹੈਗੀ ਆ, ਉਹ ਲੱਖਣ ਲਗਾਉਣ ਤੋਂ ਹੈਗੀ, ਲੱਖਣ ਲਗਾਉਣ ਤੋਂ। ਅਤੇ ਜਦੋਂ ਮਤਲਬ ਕੀ ਆ, ਦੋਨੇ ਸ਼ਕਤੀਆਂ ਖਤਮ ਹੋ ਜਾਂਦੀਆਂ, ਤਾਂ ਤੀਜੀ ਵਿਅੰਜਨਾ ਸ਼ਕਤੀ ਜਿਹੜੀ ਆ ਸ਼ੁਰੂ ਹੋ ਜਾਂਦੀ ਹੈ। ਫਿਲਹਾਲ ਤੁਸੀਂ ਇੰਨਾ ਕੀ ਮਤਲਬ ਰੱਖਣਾ ਆਪਣਾ ਇੰਨਾ ਸੰਬੰਧ। ਇੱਕ ਤੀਜੀ ਚੌਥੀ ਜਿਹੜੀ ਆ ਤਤਪਰਾਏ, ਜਿਹਨੂੰ ਮਤਲਬ ਅਰਥ ਸ਼ਕਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈਗਾ ਵਾ, ਉਹਨੂੰ ਅਸੀਂ ਅਰਥ ਸ਼ਕਤੀ ਜਿਹੜੀ ਹੈਗੀ ਆ, ਉਹ ਤਤਪਰਾਏ ਹੈਗਾ ਵਾ। ਫਿਲਹਾਲ ਤੁਸੀਂ ਤਿੰਨ ਜਿਹੜੀਆਂ ਨੇ ਉੱਥੇ ਆਪਸ਼ਨ ਦੇਖ ਲਿਓ, ਜੇ ਇੱਦਾਂ ਦਾ ਪ੍ਰਸ਼ਨ ਆਉਂਦਾ ਵੀ ਹੈਗਾ। ਅਵਿਦਾ, ਲਕਸ਼ਣਾ ਅਤੇ ਵਿਅੰਜਨਾ। ਅਤੇ ਜਿਹੜੇ ਅਖਾਣਾਂ ਹੁੰਦੀਆਂ ਉਹਨਾਂ ਦੇ ਵਿੱਚ ਮਤਲਬ ਕੀ ਆ, ਜਿਹੜੀਆਂ ਲਕਸ਼ਣਾ ਅਤੇ ਵਿਅੰਜਨਾ ਸ਼ਕਤੀ ਹੁੰਦੀ ਆ, ਭਾਵ ਸ਼ਬਦ ਹੋਰ ਹੁੰਦੇ ਨੇ, ਉਹਨਾਂ ਦੇ ਗੂੜ ਅਰਥ ਜਿਹੜੇ ਨੇ ਹੋਰ ਹੁੰਦੇ ਨੇ, ਹੈ ਨਾ। ਤਾਂ ਮਤਲਬ ਤੁਸੀਂ ਇਹ ਧਿਆਨ ਦੇ ਨਾਲ ਦੇਖ ਲੈਣਾ ਵਾ। ਜਿਵੇਂ ਇੱਕ ਉਦਾਹਰਨ ਵੀ ਆਪਾਂ ਲੈ ਲੈਂਦੇ ਹਾਂ, ਮਤਲਬ ਉਦਾਹਰਨ ਜਿਵੇਂ ਲਕਸ਼ਣਾ ਸ਼ਕਤੀ ਹੈਗੀ ਆ, ਬੰਨੋ ਨਹੀਂ ਕੋਈ ਪਹਾੜ ਸਮੇਂ ਦੇ ਪੈਰੀਂ, ਡੱਕੋ ਨਹੀਂ ਕੋਈ ਰਾਤ ਦਿਵਸ ਦੇ ਗੇੜੇ। ਮਤਲਬ ਹੈ ਨਾ, ਇਹਦੇ ਵਿੱਚ ਸਾਨੂੰ ਮਤਲਬ ਕੀ ਆ, ਅਸੀਂ ਸਮੇਂ ਦੀ ਗੱਲ ਕਰਦੇ ਪਏ ਹਾਂ, ਹੈ ਨਾ। ਬੰਨੋ ਨਹੀਂ ਕੋਈ ਪਹਾੜ ਸਮੇਂ ਦੇ ਪੈਰੀਂ, ਭਾਵ ਸਾਨੂੰ ਸਮੇਂ ਪ੍ਰਤੀ ਕੀ ਆ, ਸੁਚੇਤ ਹੋ ਜਾਣਾ ਚਾਹੀਦਾ। ਮਤਲਬ ਇਹ ਤੋਂ ਆਪਾਂ ਲੱਖਣ ਲਗਾ ਸਕਦੇ ਹਾਂ ਵੀ ਕਿਹੜੀ ਗੱਲ ਹੋ ਰਹੀ ਆ। ਅਤੇ ਵਿਅੰਜਨਾ ਸ਼ਕਤੀ ਹੁੰਦੀ ਆ, ਜਿਵੇਂ ਮਤਲਬ ਕਿ ਉਦਾਹਰਨ ਦੇ ਤੌਰ 'ਤੇ, ਕਿਹਨੇ ਤੋੜ ਕੇ ਫੁੱਲ ਸਾਡੇ ਦਿਲ ਦਾ ਖੂਨ ਕੀਤਾ, ਟਾਹਣੀ ਦੇ ਗਲ ਲੱਗ ਲੱਗ ਪੁੱਛਣ ਕੰਡੇ ਹਿਜ ਨਾ ਮਾਰੇ, ਠੀਕ ਆ। ਇਹ ਉਦਾਹਰਨ ਦਿੱਤੀ, ਕਿਤਾਬ ਦੇ ਵਿੱਚ ਦਿੱਤੀ ਹੋਈ, ਮੈਂ ਤੁਹਾਨੂੰ ਉਹੀ ਬੋਲਤੀ ਸਮਝਾਉਣ ਦੇ ਲਈ, ਠੀਕ ਹੈ ਜੀ। ਕਹਿਣ ਦਾ ਮਤਲਬ ਕਿ ਫੁੱਲਾਂ ਅਤੇ ਕੰਡਿਆਂ ਦੇ ਰਾਹੀਂ ਮਤਲਬ ਸੰਵਾਦ ਰਚਾਇਆ ਗਿਆ, ਹੈ ਨਾ, ਮਤਲਬ ਵੀ ਸਭ ਦਿਲ ਦਾ ਖੂਨ, ਮਤਲਬ ਹੈ ਨਾ, ਮਤਲਬ ਜਿਹੜੀ ਨਾਇਕ ਨਾਇਕਾ ਦੇ ਹਿਜਰ ਦੀ ਗੱਲ ਕੀਤੀ ਗਈ ਹੈ, ਮਤਲਬ ਹੈ ਨਾ, ਐਜ਼ ਏ ਪ੍ਰਤੀਕ ਦੇ ਰੂਪ ਦੇ ਵਿੱਚ। ਅੱਗੇ ਆ ਜਾਂਦਾ ਜੀ ਵਕੋਤਰੀ। ਵਕੋਤਰੀ ਦਾ ਅਰਥ ਹੁੰਦਾ ਟੇਢੀ ਮਿੱਢੀ ਗੱਲ ਕਰਨੀ, ਹੈ ਨਾ, ਵਿਅੰਗ ਕੱਸਣਾ। ਟੇਢੀ ਮਿੱਢੀ ਗੱਲ ਕਰਕੇ ਕੀ ਆ, ਵਿਅੰਗ ਕੱਸਣਾ, ਹੈ ਨਾ। ਇਹਦੇ ਮਤਲਬ ਕਿ ਜਿਹੜੇ ਆਚਾਰੀਆ ਕੁੰਤਕ ਨੇ, ਇਹ ਨਾ ਯਾਦ ਕਰ ਲਿਓ, ਜਿਹੜੇ ਮੇਨ ਹੈਗੇ ਨੇ, ਜਿਵੇਂ ਰੀਤੀ ਹੋ ਗਿਆ, ਵਕੋਤਰੀ ਹੋ ਗਿਆ, ਹੈ ਨਾ। ਤਾਂ ਜਿਵੇਂ ਧੁਨੀ ਸਿਧਾਂਤ ਹੋ ਗਿਆ, ਮਤਲਬ ਰਸ ਸਿਧਾਂਤ, ਮਤਲਬ ਕਿਹਨਾਂ ਦੇ ਹੈਗੇ, ਮਤਲਬ ਕਿਹਨਾਂ ਨੇ ਮਤਲਬ ਇਹਨਾਂ ਦੇ ਮਤਲਬ ਕਿ ਉਤਪੱਤੀ ਕਿਹਨਾਂ ਨੇ ਕੀਤੀ ਹੈਗੀ, ਜਾਂ ਮਤਲਬ ਜਿਵੇਂ ਕਹੀਏ ਸਿਧਾਂਤ ਦਿੱਤੇ ਕਿਹਨਾਂ ਦੇ ਹੋਏ ਨੇ। ਵਕੋਤਰੀ ਟੇਢੀ ਮਿੱਢੀ ਗੱਲ, ਠੀਕ ਆ, ਟੇਢੀ ਮਿੱਢੀ ਗੱਲ ਕਰਕੇ ਵਿਅੰਗ ਕੱਸਣਾ, ਆਚਾਰੀਆ ਕੁੰਤਕ ਦਾ ਹੈਗਾ ਵਾ। ਅੱਗੇ ਆ ਜਾਂਦਾ ਰੀਤੀ।
ਰੀਤੀ ਹੈਗਾ ਵਾ ਆਚਾਰੀਆ ਬਾਮਨ, ਠੀਕ ਆ। ਕਾਵ ਸ਼ਬਦਾਂ ਦੀ ਖਾਸ ਤਰਤੀਬ, ਜਦੋਂ ਇਹ ਤਰਤੀਬ ਟੁੱਟ ਜਾਂਦੀ ਆ, ਉਹ ਕਹਿੰਦੇ ਵੀ ਹੈ ਨਾ ਜਿਹੜੇ ਕਾਵ ਹੁੰਦੇ ਆ, ਉਹ ਕਹਿੰਦੇ ਜਿਹੜੇ ਰੀਤੀ ਆਚਾਰੀਆ ਬਾਮਨ ਜੀ ਸੀਗੇ, ਉਹ ਕਹਿੰਦੇ ਵੀ ਸ਼ਬਦਾਂ ਦੀ ਖਾਸ ਤਰਤੀਬ ਹੁੰਦੀ ਆ, ਉਹੀ ਕਾਵ ਹੈਗਾ ਹੈ ਨਾ। ਜੇ ਤਰਤੀਬ ਟੁੱਟ ਜਾਂਦੀ ਆ ਤਾਂ ਮਤਲਬ ਕੀ ਆ, ਕਾਵ ਦਾ ਜਿਹੜਾ ਰਸ ਹੈਗਾ ਵਾ ਉਹ ਖਤਮ ਹੋ ਜਾਂਦਾ ਵਾ। ਅਤੇ ਅੱਗੇ ਰੀਤੀ ਦੀਆਂ ਕਿਸਮਾਂ ਹੈਗੀਆਂ ਪਚਾਲੀ, ਭੈਰਵੀ ਅਤੇ ਗੌੜੀ। ਥੋੜ੍ਹਾ ਜਿਹਾ ਲੈਕਚਰਾਰ ਨੂੰ ਆਪਾਂ ਹੋ ਗਏ, ਪਰ ਇਹੋ ਜਿਹੇ ਪ੍ਰਸ਼ਨ ਆ ਜਾਂਦੇ ਹੁੰਦੇ, ਸਾਨੂੰ ਪਤਾ ਹੋਣਾ ਚਾਹੀਦਾ ਥੋੜ੍ਹਾ ਜਿਹਾ ਫਿਰ ਵੀ, ਹੈ ਨਾ। ਤਾਂ ਇਹ ਮਤਲਬ ਇਲਾਕਿਆਂ ਦੇ ਅਨੁਸਾਰ ਕਹਿੰਦੇ ਨਾਮ ਜਿਹੜੇ ਨੇ ਇਹਨਾਂ ਦੇ ਰੱਖੇ ਜਾਂਦੇ ਹੈਗੇ ਨੇ। ਰੀਤੀ ਦਾ ਮਤਲਬ ਤੁਸੀਂ ਸਿਰਫ ਬਕੋਤਰੀ ਦਾ ਮਤਲਬ ਇਹ ਆ ਕਿ ਟੇਢੀ ਮਿੱਢੀ ਗੱਲ ਕਰਕੇ, ਹੈ ਨਾ ਜੀ, ਮਤਲਬ ਕੀ ਆ, ਵਿਅੰਗ ਕੱਸਣਾ ਜਾਂ ਕਿਸੇ ਚੀਜ਼ ਨੂੰ ਸਮਝਾਉਣਾ। ਅਤੇ ਰੀਤੀ ਮਤਲਬ ਕਿ ਕਹਿਣ ਦਾ ਢੰਗ, ਠੀਕ ਆ। ਸ਼ਬਦਾਂ ਦੀ ਤਰਤੀਬ ਜਿਹੜੀ ਸਾਡੀ ਆ ਸਹੀ ਹੋਣੀ ਚਾਹੀਦੀ, ਜੇ ਉਹ ਵਿਗੜ ਜਾਂਦੀ ਹੈ ਤਾਂ ਕਾਵ ਰਸ ਜਿਹੜਾ ਖਤਮ ਹੋ ਜਾਂਦਾ ਵਾ। ਅੱਗੇ ਹੈਗਾ ਜੀ ਉਚਿੰਤ ਆ, ਇਹ ਵੀ ਸੇਮ ਹੀ ਹੈਗਾ। ਉਚਿਤ, ਉਚਿੰਤ ਦਾ ਅਰਥ ਹੈਗਾ ਉਚਿੰਤ। ਇਹਨਾਂ ਦੇ ਜਿਹੜੇ ਸੀਗੇ ਉਹ ਸੀ ਕਰੇਸ਼ੇਮੰਦ, ਠੀਕ ਆ। ਹਰ ਗੱਲ ਲਈ ਉਚਿਤ ਤਰਤੀਬ ਹੁੰਦੀ ਹੈ ਨਾ, ਸ਼ਬਦਾਂ ਦੀ ਜਾਂ ਵਾਕਾਂ ਦੀ, ਜਾਂ ਮਤਲਬ ਵਿਸ਼ਾ ਜਿਹੜਾ ਹੈਗਾ, ਮਤਲਬ ਹਰ ਇੱਕ ਚੀਜ਼ ਦੀ ਖਾਸ ਤਰਤੀਬ। ਕਾਵ ਵਿੱਚ ਸ਼ਬਦਾਂ, ਵਾਕਾਂ, ਵਿਸ਼ਾ ਅਤੇ ਰਸ ਦਾ ਆਪਸੀ ਤਰਤੀਬ ਜਦੋਂ ਇਹ ਵਿਗੜ ਜੂਗੀ ਤਾਂ ਉਹ ਕਹਿੰਦੇ ਜਿਹੜਾ ਸਾਹਿਤ ਹੈਗਾ ਵਾ ਉਹ ਰਸਹੀਣਾ ਹੋ ਜਾਂਦਾ। ਤਾਂ ਮਤਲਬ ਕੀ ਆ, ਸਾਹਿਤ ਜਿਹੜਾ ਵਾ ਉਚਿਤ ਨਹੀਂ ਰਹਿੰਦਾ, ਭਾਵ ਯੋਗ ਨਹੀਂ ਰਹਿੰਦਾ ਹੈਗਾ, ਹੈ ਨਾ। ਇਹ ਵੀ ਤੁਸੀਂ ਨੋਟ ਕਰ ਲਿਓ, ਕਾਪੀ ਪੈਨ ਰੱਖ ਲਓ ਨਾ, ਥੋੜ੍ਹਾ ਜਿਹਾ ਕੋਲੇ ਤੁਹਾਨੂੰ ਓਪਰਾ ਜਿਹਾ ਲੱਗੂਗਾ ਅੱਜ ਦਾ ਲੈਕਚਰ, ਮੈਨੂੰ ਪਤਾ ਨਹੀਂ ਕਿਉਂ ਲੱਗਦਾ ਵਾ। ਅੱਗੇ ਹੈਗਾ ਰਹੱਸਵਾਦ। ਪਤਾ ਨਹੀਂ, ਜਾਂ ਤਾਂ ਮੈਂ ਤੁਹਾਨੂੰ ਸਮਝਾ ਨਹੀਂ ਸਕੂੰਗਾ ਵਧੀਆ ਢੰਗ ਨਾਲ ਇਹ ਚੀਜ਼ਾਂ, ਮਤਲਬ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਵਾ। ਰਹੱਸਵਾਦ, ਉਹ ਕਹਿੰਦੇ ਵੀ ਰਹੱਸਵਾਦ ਜਿਹੜਾ ਹੈਗਾ ਕੋਈ ਸਿਧਾਂਤ ਨਹੀਂ ਹੈਗਾ, ਹੈ ਨਾ। ਜਿਵੇਂ ਆਪਣੇ ਕਵੀ ਹੈਗੇ ਨੇ ਉਹ ਰਹੱਸਵਾਦੀ ਹੈਗੇ ਨੇ, ਇਹ ਕੋਈ ਸਿਧਾਂਤ ਨਹੀਂ ਹੈਗਾ, ਨਾ ਹੀ ਕੋਈ ਫਲਸਫਾ, ਹੈ ਨਾ। ਇਹ ਇੱਕ ਜੀਵਨ ਅਨੁਭਵ ਹੈਗਾ ਵਾ, ਮਤਲਬ ਬਿਰਲੇ ਮਨੁੱਖਾਂ ਨੂੰ ਹੀ ਪ੍ਰਾਪਤ ਹੁੰਦਾ, ਹੈ ਨਾ। ਮਨੁੱਖੀ ਸਮਝ ਤੋਂ ਪਰੇ ਦੀ ਗੱਲ ਵਾ, ਹੈ ਨਾ। ਜਿਵੇਂ ਉਦਾਹਰਨ ਦੇ ਤੌਰ 'ਤੇ ਕਹਿੰਦੇ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ, ਹੈ ਨਾ। ਮਤਲਬ ਪ੍ਰਮਾਤਮਾ ਦੇ ਨਾਲ ਉਹ ਬੰਦਾ ਮਿਲ ਗਿਆ, ਹੈ ਨਾ। ਮਤਲਬ ਕਿ ਉਸ ਹਸਤੀ 'ਤੇ ਪਹੁੰਚ ਚੁੱਕਿਆ ਵਾ। ਮਤਲਬ ਰਹੱਸਵਾਦ ਕੋਈ ਇਹ ਨਹੀਂ ਹੈਗਾ ਵਾਦ ਵਿਵਾਦ ਵਾਲੀ ਗੱਲ ਹੈਗੀ ਆ, ਸਿਰਫ ਇੱਕ ਅਨੁਭਵ ਹੈਗਾ ਵਾ ਜਿਹੜਾ ਮਤਲਬ ਕੀ ਆ ਬੰਦੇ ਦੇ ਮਨ ਦੇ ਨਾਲ ਜਾਂ ਦਿਮਾਗ ਦੇ ਨਾਲ ਸੰਬੰਧ ਰੱਖਦਾ ਵਾ ਕਿ ਉਸ ਅਵਸਥਾ 'ਤੇ ਉਹ ਪਹੁੰਚ ਚੁੱਕਿਆ, ਹੈ ਨਾ। ਅੱਗੇ ਜੀ ਰੋਮਾਂਸਵਾਦ। ਰੋਮਾਂਸਵਾਦ ਜਿਹਦੇ ਵਿੱਚ ਮਤਲਬ ਕੀ ਆ ਕਲਪਨਾ ਪ੍ਰਧਾਨ ਹੁੰਦੀ ਹੈ ਨਾ। ਆਪਣੇ ਪ੍ਰੋਫੈਸਰ ਪੂਰਨ ਸਿੰਘ ਜੀ ਸੀਗੇ, ਉਹਨਾਂ ਨੇ ਬੜੀਆਂ ਕਵਿਤਾਵਾਂ ਲਿਖੀਆਂ, ਮਤਲਬ ਗੂੜ੍ਹ ਰੋਮਾਂਸਵਾਦ ਆ। ਪੰਜਾਬ ਦੇ ਦਰਿਆ, ਪੰਜਾਬ ਦੇ ਖੂਹ, ਮਤਲਬ ਮੁੜ ਮੁੜ ਲੋਚਾਂ ਪਸ਼ੂ ਥੀਣ ਨੂੰ, ਹੈ ਨਾ। ਮਤਲਬ ਉਹਦੀਆਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ, ਮਤਲਬ ਕੀ ਆ ਉੱਥੋਂ ਗੂੜ੍ਹ ਰੋਮਾਂਸਵਾਦ ਜਿਹੜਾ ਝਲਕਦਾ ਹੈਗਾ ਵਾ। ਸਾਹਿਤਕਾਰ ਦਾ ਆਪਾ ਜਿਹੜਾ ਇਹਦੇ ਵਿੱਚ ਪ੍ਰਧਾਨ ਹੁੰਦਾ, ਹੈ ਨਾ, ਵੀ ਮਤਲਬ ਆਪਣੇ ਆਪ ਨੂੰ ਮੁੱਖ ਰੱਖ ਕੇ, ਹੈ ਨਾ। ਮਤਲਬ ਜਿਵੇਂ ਉਹ ਕਹਿੰਦੇ ਨੇ ਕਿ ਮੈਂ ਖੂਹ 'ਤੇ ਜਿਹੜੀ ਕਵਿਤਾ ਹੈਗੀ ਹੈ ਨਾ, ਜਿਵੇਂ ਪੰਜਾਬ ਦੇ ਮਜ਼ਦੂਰ ਮੈਨੂੰ ਚੰਗੇ ਲੱਗਦੇ ਨੇ। ਜਿਵੇਂ ਉਹ ਦਰਿਆਵਾਂ ਦੀ ਗੱਲ ਕਰਦੇ, ਜਿਹੜੇ ਦਰਿਆ ਹੈਗੇ ਨੇ, ਮੈਨੂੰ ਜਾਪ ਸਾਹਿਬ ਜਿਵੇਂ ਗਾਉਂਦਾ ਜਿਹੜਾ ਵਾ, ਮਤਲਬ ਜਿਹੜੇ ਦਰਿਆ ਨੇ ਉਹ ਜਾਪ ਸਾਹਿਬ, ਮਤਲਬ ਇੱਦਾਂ ਲੱਗਦਾ ਵੀ ਜਿਵੇਂ ਜਾਪ ਸਾਹਿਬ ਦਾ ਪਾਠ ਕਰਦੇ ਹੁੰਦੇ ਹਨ। ਤਾਂ ਆਪਣੀ ਸ਼ਖਸੀਅਤ ਦੀ ਮਤਲਬ ਮੋਹਰ ਛੱਡਦਾ, ਹੈ ਨਾ। ਰੋਮਾਂਸਵਾਦ ਦੇ ਵਿੱਚ ਕਲਪਨਾ ਵਧੇਰੇ ਹੁੰਦੀ ਹੈ, ਬੀਤੇ ਸਮੇਂ ਨੂੰ ਯਾਦ ਕਰਦਾ, ਹੈ ਨਾ। ਤਾਂ ਵਲਵਲਾ ਜਾਂ ਜਜ਼ਬਾ ਹੁੰਦਾ, ਕੋਈ ਤਰਕ ਨਹੀਂ ਹੁੰਦਾ ਇਸ ਚੀਜ਼ ਦੇ ਵਿੱਚ। ਉਮੀਦ ਆ ਤੁਸੀਂ ਇਹ ਚੀਜ਼ ਸਮਝ ਗਏ ਹੋਵੋਗੇ। ਅੱਗੇ ਆ ਜਾਂਦਾ ਵਾ ਯਥਾਰਥਵਾਦ। ਯਥਾਰਥ ਮਤਲਬ ਯਥਾਰਥ ਜਿਵੇਂ ਹੈਗਾ, ਹੈ ਨਾ, ਉਸੇ ਚੀਜ਼ ਉਵੇਂ ਹੀ ਮਤਲਬ ਸੱਚ ਪੇਸ਼ ਕਰਨਾ। ਪੰਜਾਬੀ ਦੇ ਵਿੱਚ ਮਤਲਬ ਕੀ ਆ ਆਲੋਚਨਾਤਮਕ ਯਥਾਰਥਵਾਦ ਵੀ ਹੈਗਾ ਅਤੇ ਪ੍ਰਕਿਰਤੀਵਾਦ ਵੀ। ਉਦਾਹਰਨ ਦੇ ਤੌਰ 'ਤੇ ਮਤਲਬ, ਹੈ ਨਾ, ਜੀਵਨ ਦੇ ਸੱਚ ਨੂੰ ਮਤਲਬ ਪੜਚੋਲ ਪਰਖ ਕੇ ਦੇਖਣਾ। ਜਿਵੇਂ ਗੁਰਦਿਆਲ ਸਿੰਘ ਜੀ ਨੇ, ਠੀਕ ਹੈ ਜੀ, ਗੁਰਦਿਆਲ ਸਿੰਘ ਜੀ ਮਤਲਬ ਆਲੋਚਨਾਤਮਕ ਨਾਵਲਕਾਰ ਨੇ, ਹੈ ਨਾ। ਮਤਲਬ ਜੀਵਨ ਦੇ ਸੱਚ ਨੂੰ ਪਰਖ ਪੜਚੋਲ ਕੇ, ਹੈ ਨਾ, ਮਤਲਬ ਕਿਹਦੀ ਗਲਤੀ ਹੈਗੀ ਕਿਹਦੀ ਨਹੀਂ ਹੈਗੀ, ਮਤਲਬ ਉਸ ਚੀਜ਼ ਨਾਲ, ਠੀਕ ਹੈ। ਆਲੋਚਨਾ ਕਰਨੀ ਫਿਰ ਸੱਚ ਦੱਸਣਾ, ਹੈ ਨਾ। ਮਤਲਬ ਨਿਰਾਪੁਰਾ ਮਤਲਬ ਕੀ ਹੈ ਸਿੱਧਾ ਹੀ ਨਹੀਂ ਕਹਿ ਦੇਣਾ, ਹੈ ਨਾ, ਕਿਸੇ ਚੀਜ਼ ਨੂੰ। ਮਤਲਬ ਤਾਂ ਕਈ ਕਹਾਣੀਕਾਰ ਵੀ ਹੈਗੇ ਨੇ ਜਿਹੜੇ ਆਲੋਚਨਾਤਮਕ ਬਿਰਤੀ ਵਾਲੇ ਹੈਗੇ ਨੇ, ਖਾਸ ਤੌਰ 'ਤੇ ਜਿਹੜੇ ਆਧੁਨਿਕ ਹੈਗੇ ਨੇ, ਮਤਲਬ ਹਰੇਕ ਚੀਜ਼ ਦੇ ਪਿੱਛੇ ਕੁਐਸਚਨ ਮਾਰਕ ਲਾ ਕੇ ਦੇਖਦੇ ਨੇ, ਹੈ ਨਾ। ਇੱਕ ਪ੍ਰਕਿਰਤੀਵਾਦ ਹੁੰਦਾ ਜਿਹੜਾ ਸਿੱਧਾ ਸੁਧਾਰਨ ਹੁੰਦਾ, ਹੈ ਨਾ। ਪ੍ਰਗਤੀਵਾਦ ਕੀ ਹੈਗਾ ਜੀ? ਪ੍ਰਗਤੀਵਾਦ ਸਾਰਿਆਂ ਨੂੰ ਪਤਾ ਹੀ ਹੈਗਾ, ਇਹਦੇ ਬਾਰੇ ਬੜਾ ਬੋਲਣ ਦੀ ਲੋੜ ਨਹੀਂ। ਅਗਾਂਹ ਵਧੂ ਸੋਚ ਹੁੰਦੀ ਆ, ਹੈ ਨਾ, ਤਰੱਕੀ ਹੁੰਦੀ ਆ, ਉੱਨਤੀ ਹੁੰਦੀ ਆ। ਇਹ ਜਿਹੜਾ ਸਿਧਾਂਤ ਹੈਗਾ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਮਾਰਕਸਵਾਦ ਦੇ ਦਵੰਦਵਾਦੀ ਫਲਸਫੇ ਨਾਲ ਸੰਬੰਧ ਰੱਖਦਾ ਵਾ। ਭਾਵ ਇੱਕ ਕਿਰਤੀ ਸ਼੍ਰੇਣੀ ਹੈਗੀ ਆ, ਦੂਜੇ ਜਿਹੜੇ ਪੂੰਜੀਪਤੀ ਹੈਗੇ ਆ, ਠੀਕ ਹੈ। ਮਤਲਬ ਜਿਹੜਾ ਸਮਾਜ ਹੈਗਾ ਉਹਦੇ ਵਿੱਚ ਆਰਥਿਕ ਢਾਂਚਾ ਜਿਹੜਾ ਵਾ ਉਹ ਕੰਮ ਕਰਦਾ ਹੈਗਾ ਨਾ। ਅਗਾਂਹ ਵਧੂ ਜਿਵੇਂ ਅਗਾਂਹ ਵਧੀ ਸੋਚ, ਹੈ ਨਾ। ਪ੍ਰਗਤੀਵਾਦ ਜਿਹੜਾ ਹੈ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਹੈਗੀ ਹੈ ਨਾ, ਉਹ ਕਹਿੰਦਾ ਤਾਜ ਮਹਿਲ ਸੋਹਣਾ ਤਾਂ ਬਹੁਤ ਲੱਗਦਾ। ਪਹਿਲੀ ਦੇ ਵਿੱਚ ਉਹਨੇ ਤਾਰੀਫ ਕਰਤੀ, ਰੋਮਾਂਟਿਕ ਭਾਵ ਆ ਗਏ, ਰੋਮਾਂਸਵਾਦ, ਹੈ ਨਾ। ਦੂਜੇ ਭਾਗ ਦੇ ਵਿੱਚ ਉਹ ਕਹਿੰਦਾ ਨਹੀਂ, ਕਹਿੰਦਾ ਮਜ਼ਦੂਰਾਂ ਦੇ ਹੌਂਕਿਆਂ 'ਤੇ ਪਲਦਾ ਵਾ, ਲੱਖਾਂ ਮਜ਼ਦੂਰਾਂ ਤੋਂ ਕੰਮ ਕਰਵਾਇਆ ਗਿਆ, ਹੈ ਨਾ। ਤਾਂ ਉਹ ਮਤਲਬ ਸੱਚ ਪੇਸ਼ ਕਰਦਾ, ਹੈ ਨਾ। ਤਾਂ ਉਹ ਚੀਜ਼ ਨੂੰ ਆਪਾਂ ਪ੍ਰਗਤੀਵਾਦ ਕਹਿ ਦਾਂਗੇ, ਹੈ ਨਾ। ਅੱਗੇ ਜੀ ਵਰਗ ਸੰਘਰਸ਼ ਦੀ ਗੱਲ ਕਰਦਾ, ਹੈ ਨਾ, ਜਿਹੜਾ ਪ੍ਰਗਤੀਵਾਦ ਹੈਗਾ ਵਾ। ਔਰਤਾਂ ਦੇ ਦਲਿਤਾਂ ਦੇ ਹੱਕ ਦੀ ਗੱਲ ਕਰਦਾ ਹੈਗਾ, ਜਿਵੇਂ ਸਾਡੇ ਸੰਤੋਖ ਸਿੰਘ ਧੀਰ ਜੀ ਹੋ ਗਏ, ਹੈ ਨਾ, ਮਤਲਬ ਜਾਂ ਮਤਲਬ ਕਿ ਸੁਜਾਨ ਸਿੰਘ ਜੀ ਹੋ ਗਏ, ਸੰਤ ਸਿੰਘ ਸੇਖੋਂ ਜੀ ਹੋ ਗਏ, ਹੈ ਨਾ। ਅੱਗੇ ਜੀ ਸੱਭਿਆਚਾਰ ਨਾਲ ਸੰਬੰਧਿਤ ਆ ਗਿਆ ਪੂਜਾ ਵਿਧੀ ਕਿਹੜੀ ਹੈਗੀ ਆ। ਜਿਵੇਂ ਪੂਜਾ ਵਿਧੀਆਂ ਕਿਹੜੀਆਂ ਨੇ, ਹੈ ਨਾ, ਜਿਵੇਂ ਡੰਡੌਤ ਕਰਨਾ, ਚੌਂਕੀ ਭਰਨਾ, ਬਲੀ ਦੇਣਾ, ਮਿੱਟੀ ਕੱਢਣਾ, ਸੁੱਖਣਾ ਦੇਣਾ, ਮੱਥਾ ਟੇਕਣਾ, ਸ਼ੰਖ ਵਜਾ ਕੇ। ਇਹ ਸਾਰੇ ਜਿਹੜੇ ਨੇ ਮਤਲਬ ਕੀ ਆ ਪੂਜਾ ਵਿਧੀ ਆ ਜਾਂਦੀ ਹੈ। ਹਰ ਇੱਕ ਦਾ ਆਪੋ ਆਪਣਾ ਢੰਗ ਹੈਗਾ, ਹੈ ਨਾ। ਮਤਲਬ
ਰਾਹ ਇੱਕੋ ਹੀ ਜਾਂਦਾ ਹੈ ਨਾ, ਮਤਲਬ ਹਰੇਕ ਦਾ ਮਤਲਬ ਕਿ ਤਰੀਕਾ ਅਲੱਗ-ਅਲੱਗ ਹੈਗਾ ਵਾ। ਤਾਂ ਇਹ ਸਾਰੀਆਂ ਪੂਜਾ ਵਿਧੀਆਂ ਦੇ ਵਿੱਚ ਹੀ ਆ ਜਾਂਦੀਆਂ, ਧਿਆਨ ਨਾਲ ਪੜ੍ਹ ਲਿਓ ਹੈ ਨਾ ਇੱਕ ਵਾਰੀ ਇਹਨਾਂ ਨੂੰ। ਮਤਲਬ ਡੰਡੌਤ ਕਰਨਾ, ਮੱਥਾ ਟੇਕਣਾ, ਚੌਂਕੀ ਭਰਨਾ, ਇਹ ਸਾਰੀ ਇੱਕ ਤਰ੍ਹਾਂ ਦੀ ਪੂਜਾ ਹੀ ਹੈਗੀ ਆ। ਪੂਜਾ ਮਤਲਬ ਉਹ ਨਹੀਂ ਹੈਗੀ ਕਿ ਥਾਲੀ ਲੈ ਕੇ ਹੀ ਪੂਜਾ ਕਰਨੀ ਹੈ ਨਾ। ਪੰਜਾਬੀ ਲੋਕ ਧਾਰਾ ਵਿੱਚ ਇਹ ਮਤਲਬ ਕਿ ਪੂਜਾ ਵਿਧੀ ਕਹਿ ਸਕਦੇ ਹਾਂ ਸਾਰੀਆਂ। ਅੱਗੇ ਹੈਗਾ ਵੇਸ਼ ਭੂਸ਼ਾ, ਟਿੱਕਾ ਲਗਾਉਣਾ, ਤਿਲਕ ਲਗਾਉਣਾ, ਜਟਾਂ ਭਸਮ ਲਗਾਉਣੀ, ਮਾਲਾ ਫੇਰਨੀ ਹੈ ਨਾ। ਖਾਸ ਪਹਿਰਾਵਾ ਜਿਵੇਂ ਨਿਹੰਗ ਸਿੰਘ ਸਾਡੇ ਪਹਿਨਦੇ ਹੈਗੇ ਨੇ, ਠੀਕ ਹੈ, ਜਾਂ ਮਤਲਬ ਪੰਡਤਾਂ ਦੇ ਵਿੱਚ ਜਨੇਊ ਪਾਉਣਾ, ਧੋਤੀ ਲਾਉਣਾ, ਠੀਕ ਹੈ, ਇਹ ਵੇਸ਼ ਭੂਸ਼ਾ ਦੇ ਵਿੱਚ ਆ ਜਾਂਦੇ ਆ, ਠੀਕ ਹੈ। ਤਾਂ ਇਹ ਚੀਜ਼ ਨੂੰ ਤੁਸੀਂ ਦੇਖ ਲਿਓ ਹੈ ਨਾ। ਉੱਥੇ ਵੈਸੇ ਹੀ ਪੁੱਛ ਲੈਂਦੇ ਕਿ ਵੀ ਇੱਦਾਂ ਸਾਦੇ ਜਿਹੇ ਪ੍ਰਸ਼ਨ ਜਿਹੜੇ ਸਾਡੇ ਗਲਤ ਹੋ ਜਾਂਦੇ ਆ, ਪੜ੍ਹੇ ਹੋਣ ਤਾਂ ਮਤਲਬ ਚੰਗੀ ਗੱਲ ਆ ਹੈ ਨਾ ਇੱਦਾਂ ਦੇ ਪ੍ਰਸ਼ਨ। ਹਾਂਜੀ, ਅੱਗੇ ਇਹਦਾ ਰਸਮ ਰਿਵਾਜ ਹੈ ਨਾ। ਦੇਖੋ ਰਸਮ ਅਤੇ ਰਿਵਾਜ ਦੋਨੇ ਅਲੱਗ-ਅਲੱਗ ਗੱਲਾਂ ਨੇ ਹੈ ਨਾ। ਜਦੋਂ ਕੋਈ ਰੀਤ ਜਾਂ ਰਸਮ ਕੀਤੀ ਜਾਂਦੀ ਹੈ ਉਹ ਹੌਲੀ ਹੌਲੀ ਰੂੜ ਹੋ ਜਾਂਦੀ ਹੈ, ਤਾਂ ਉਹ ਮਤਲਬ ਕੀ ਹੈ, ਰਿਵਾਜ ਬਣ ਜਾਂਦੀ ਹੈ। ਰਸਮ ਇੱਕ ਵਾਰੀ ਕੀਤੀ ਗਈ, 2 ਵਾਰੀ ਕੀਤੀ ਗਈ, 3 ਵਾਰੀ ਕੀਤੀ ਗਈ, ਤਾਂ ਰਸਮ ਜਿਹੜੀ ਹੈ ਰਿਵਾਜ ਬਣ ਗਈ, ਠੀਕ ਹੈ। ਅਤੇ ਸਮਾਸੀ ਸ਼ਬਦ ਜਿਹੜੇ ਨੇ ਉਤਪੰਨ ਹੋ ਜਾਂਦੇ ਆ ਰਸਮੇ ਰਿਵਾਜ, ਠੀਕ ਹੈ ਜੀ। ਜਿਹੜੇ ਵਰਤ ਨੇ ਜੀ ਇਹ ਮੁਸਲਮਾਨਾਂ ਦੇ ਵਿੱਚ 30 ਰੋਜ਼ੇ ਹੁੰਦੇ ਨੇ ਅਤੇ ਯਹੂਦੀਆਂ ਦੇ ਵਿੱਚ ਜਿਹੜੇ ਨੇ 40 ਰੋਜ਼ੇ ਹੁੰਦੇ ਨੇ। ਜਿਹੜਾ ਮੰਤਰ ਹੈਗਾ ਵਾ ਇਹਦਾ ਸੰਬੰਧ ਜਿਹੜਾ ਹੈਗਾ ਵਾ ਸ਼ਬਦ ਦੇ ਪ੍ਰਭਾਵ ਨਾਲ ਹੈਗਾ, ਭਾਵ ਕਿ ਇਹ ਸ਼ਬਦ ਸ਼ਕਤੀ ਦੇ ਨਾਲ ਹੈਗਾ। ਇਹਦਾ ਦੁਹਰਾਓ ਕੀਤਾ ਜਾਂਦਾ। ਇਹ ਸੂਤਰਿਕ ਮਤਲਬ ਕਿ ਸ਼ਬਦਾਂ ਦਾ ਸੂਤਰਿਕ ਸਮੂਹ ਹੁੰਦਾ ਹੈ ਨਾ। ਆਪਾਂ ਆਮ ਹੀ ਦੇਖਦੇ ਹੈਗੇ ਕਿ ਮੰਤਰ ਪੜ੍ਹੇ ਜਾਂਦੇ ਹੈਗੇ ਨੇ, ਮਤਲਬ ਕੀ ਆ ਸੂਤਰਿਕ ਥੋੜ੍ਹੇ ਸ਼ਬਦਾਂ ਦੇ ਵਿੱਚ ਹੁੰਦਾ ਨਾ। ਇਹਦਾ ਪ੍ਰਭਾਵ ਕੀ ਆ, ਦੁਹਰਾਓ ਦੇ ਵਿੱਚ ਵਾਰ-ਵਾਰ ਕੀ ਆ ਜਪਦੇ ਹੈਗੇ ਜਾਂ ਬੋਲਦੇ ਹੈਗੇ ਆ। ਅੱਗੇ ਹੈਗਾ ਜੰਤਰ, ਮੈਂ ਪਹਿਲਾਂ ਵੀ ਦੱਸਿਆ ਸੀਗਾ, ਕਾਗਜ਼ 'ਤੇ ਲਿਖਿਆ ਹੋਇਆ ਹੈ ਨਾ, ਮਤਲਬ ਜਾਂ ਤਵੀਜ ਦੇ ਰੂਪ ਵਿੱਚ ਪਾਇਆ ਹੋਇਆ ਗਲ 'ਚ ਹੈ ਨਾ, ਤਾਂ ਮਤਲਬ ਉਹਨੂੰ ਆਪਾਂ ਜੰਤਰ ਕਹਿ ਦਿੱਤਾ ਜਾਂਦਾ। ਮੰਤਰ ਅਤੇ ਜੰਤਰ। ਸੱਭਿਆਚਾਰ 'ਚ ਪਰਿਵਰਤਨ ਆਉਂਦਾ ਹੌਲੀ ਹੌਲੀ ਹੈ ਨਾ ਜੀ। ਸੱਭਿਆਚਾਰ ਇੱਕ ਵਗਦਾ ਦਰਿਆ ਹੈ, ਪਰ ਸੱਭਿਆਚਾਰ ਜਿਹੜਾ ਪਰਿਵਰਤਨ ਆਉਂਦਾ ਵਾ ਉਹ ਕਹਿੰਦੇ ਜੇ ਤਾਂ ਉਹ ਮਤਲਬ ਕੀ ਆ ਪੁਰਾਣਾ ਚੌਕਟਾ ਹੈਗਾ ਉਹਦੇ ਵਿੱਚ ਦੇ ਅਨੁਸਾਰ ਹੀ ਪਰਿਵਰਤਨ ਹੋਵੇ ਤਾਂ ਚੰਗਾ ਹੁੰਦਾ ਹੈ ਨਾ। ਜੇ ਇੱਕੋ ਦਮ ਆ ਜਾਵੇ ਤਾਂ ਉਹ ਮਤਲਬ ਕਿ ਸੱਭਿਆਚਾਰ ਲਈ ਖਤਰਾ ਹੁੰਦਾ ਹੈ ਨਾ। ਸੱਭਿਆਚਾਰ ਦੇ ਜਿਹੜੇ ਨੈਤਿਕ ਪ੍ਰਭਾਵ ਨੇ ਉਹੀ ਸੱਭਿਆਚਾਰ ਸ਼ਾਮਲ ਕੀਤੇ ਜਾਂਦੇ ਨੇ। ਅਤੇ ਜਿਵੇਂ ਆਪਾਂ ਚਲੋ ਗੱਲ ਕਰਦੇ ਹਾਂ, ਪਰ ਹੌਲੀ ਹੌਲੀ ਪਰਿਵਰਤਨ ਆਉਂਦਾ ਵਾ। ਜਿਵੇਂ ਕੁਦਰਤੀ ਹੈ ਨਾ, ਜਿਵੇਂ ਕਹਿ ਸਕਦੇ ਅੱਜ ਜਿਵੇਂ ਅੱਜ ਕਰੋਨਾ ਆਇਆ ਸੀ, ਠੀਕ ਹੈ, ਕਾਫੀ ਚੀਜ਼ਾਂ ਜਿਹੜੀਆਂ ਨੇ ਬਦਲ ਗਈਆਂ ਨੇ ਹੈ ਨਾ। ਜਿਵੇਂ ਆਪਣੇ ਕੋਈ ਮੌਤ ਹੁੰਦੀ ਸੀ, ਤੀਜੇ ਦਿਨ ਭੋਗ ਪਾ ਦਿੰਦੇ ਸੀਗੇ ਹੈ ਨਾ। ਤਾਂ ਕੁਛ ਕੁ ਨਵੀਆਂ ਚੀਜ਼ਾਂ ਅਸੀਂ ਸਿੱਖ ਗਏ ਹਾਂ ਮਤਲਬ ਇਸ ਸਮੇਂ 'ਤੇ, ਇਹਨੂੰ ਆਪਾਂ ਕੁਦਰਤੀ ਸ਼ਾਇਦ ਮੰਨਦੇ ਮੇਰੇ ਮੁਤਾਬਕ ਹੈ ਨਾ। ਇੱਕ ਹੁੰਦਾ ਸਮਾਜ ਦੇ ਅੰਦਰੋਂ ਆਉਣਾ ਹੈ ਨਾ, ਮਤਲਬ ਕੀ ਆ ਸਮਾਜ ਦੇ, ਇਹਨੂੰ ਸਮਾਜ ਦੇ ਅੰਦਰੋਂ ਵੀ ਕਹਿ ਸਕਦੇ ਹੈਗੇ ਹਾਂ। ਮਤਲਬ ਹੌਲੀ ਹੌਲੀ ਤਬਦੀਲੀ ਲੋਕ ਪੜ੍ਹ ਲਿਖ ਜਾਂਦੇ ਹੈਗੇ ਹੈ ਨਾ, ਤਾਂ ਲੋਕਾਂ ਜਿਹੜੇ ਜਿਹੜੀ ਮਤਲਬ ਕੀ ਆ ਦਾਇਰਾ ਵੱਡਾ ਹੋ ਜਾਂਦਾ ਵਾ, ਉਹ ਆਪਾਂ ਸਮਾਜ ਦੇ ਅੰਦਰੋਂ ਕਹਿ ਦਾਂਗੇ। ਜਿਵੇਂ ਪੁਰਾਣੇ ਰਸਮ ਰਿਵਾਜ ਆਪਾਂ ਛੱਡੀ ਜਾਂਦੇ ਹੈਗੇ, ਵਹਿਮ ਭਰਮ ਨਹੀਂ ਕਰਦੇ ਹੈਗੇ। ਅਤੇ ਸਮਾਜ ਦੇ ਬਾਹਰੋਂ ਅੱਜ ਕੱਲ੍ਹ ਜਿਵੇਂ ਨੈੱਟ ਦੀ ਵਿਵਸਥਾ ਆ ਗਈ ਹੈ ਨਾ, ਤਾਂ ਅਸੀਂ ਬਾਹਰਲੀਆਂ ਚੀਜ਼ਾਂ ਨੂੰ ਫੋਲੋ ਕਰਨ ਲੱਗ ਗਏ ਹਾਂ। ਪੂਰਾ ਸਮਾਜ ਜਿਹੜਾ ਵਾ ਪਿੰਡ ਬਣ ਚੁੱਕਿਆ ਹੈ ਨਾ, ਜਾਂ ਪੂਰਾ ਸੰਸਾਰ ਜਿਹੜਾ ਪਿੰਡ ਬਣ ਚੁੱਕਿਆ। ਇੱਕ ਛੋਟੀ ਜਿਹੀ ਖਬਰ ਫੋਟੋ ਪਾਉਂਦੇ ਆ ਤਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਆ ਉਹ ਫੈਲ ਜਾਂਦੀ ਹੈਗੀ ਹੈ ਨਾ। ਤਾਂ ਇਹ 3 ਤਰ੍ਹਾਂ ਦਾ ਜਿਹੜਾ ਪਰਿਵਰਤਨ ਜਿਹੜਾ ਵਾ ਸੱਭਿਆਚਾਰ ਦੇ ਵਿੱਚ ਆ ਜਾਂਦਾ ਵਾ। ਅੱਗੇ ਹੈਗਾ ਜੀ ਤਹਿਕੀਕ। ਤਹਿਕੀਕ ਸ਼ਬਦ ਮੈਂ ਲਿਖ ਲਿਆ ਵੈਸੇ ਹੀ। ਤਹਿਕੀਕ ਖੋਜ ਹੈ ਨਾ, ਮਤਲਬ ਅਰਬੀ ਫਾਰਸੀ ਦੇ ਵਿੱਚ ਇਸ ਨੂੰ ਮਤਲਬ ਕਿ ਖੋਜ ਕਹਿ ਦਿੱਤਾ ਜਾਂਦਾ, ਜਿਹਨੂੰ ਆਪਾਂ ਸੱਚਾਈ ਕਹਿ ਦਿੰਦੇ ਹਾਂ। ਵੈਸੇ ਇਹਦਾ ਅਰਥ ਸੱਚਾਈ ਆ, ਪਰ ਅਰਬੀ ਫਾਰਸੀ ਵਿੱਚ ਤਹਿਕੀਕ ਕਿਸੇ ਚੀਜ਼ ਦੀ ਖੋਜ ਕਰਨੀ, ਤਾਂ ਉਹਦੇ ਲਈ ਤਹਿਕੀਕ ਜਿਹੜਾ ਸ਼ਬਦ ਵਾ ਉਹ ਵਰਤਿਆ ਜਾਂਦਾ ਵਾ। ਅੱਗੇ ਆ ਜਾਂਦੀ ਭਾਸ਼ਾ ਸੰਜਮ, ਠੀਕ ਆ। ਭਾਸ਼ਾ ਸੰਜਮ ਆਧੁਨਿਕ ਪੰਜਾਬੀ ਦੇ ਮਤਲਬ ਹਰਜੀਤ ਸਿੰਘ ਗਿੱਲ ਨੇ ਜਿਹੜਾ ਵਾ ਸੰਜਮ, ਭਾਸ਼ਾ ਸੰਜਮ ਦਾ ਦਿੱਤਾ ਹੈ ਨਾ। ਆਪਣਾ ਦੇਖੋ ਮਨੁੱਖ ਦੀ ਆਦਤ ਹੈਗੀ ਆ ਘੱਟ ਤੋਂ ਘੱਟ ਸ਼ਬਦ ਬੋਲਣੇ ਹਨ, ਜਾਂ ਮਤਲਬ ਉਹਨੂੰ ਆਪਾਂ ਭਾਸ਼ਾ ਸੰਜਮ ਹੀ ਕਹਿ ਦਿੰਦੇ ਹਾਂ ਹੈ ਨਾ। ਹਰੇਕ ਭਾਸ਼ਾ ਸਮੂਹ ਦੇ ਲੋਕ ਜਿਨ੍ਹਾਂ ਦੇ ਸੀਮਿਤ ਧੁਨੀਆਂ ਰਾਹੀਂ ਸੰਚਾਰ ਕਰਦੇ ਹਨ, ਉਸ ਨੂੰ ਇਸ ਚੀਜ਼ ਨੂੰ ਮਤਲਬ ਕੀ ਆ ਭਾਸ਼ਾ ਸੰਜਮ ਕਹਿ ਦਿੱਤਾ ਜਾਂਦਾ। ਜਿਵੇਂ ਹੁਣ ਅੰਗਰੇਜ਼ੀ ਵਾਲੇ 26 ਧੁਨੀਆਂ ਨਾਲ ਹੀ ਸਾਰੀ ਜਾਂਦੇ, ਅਤੇ ਸਾਨੂੰ 41 ਵੀ ਥੋੜ੍ਹੀਆਂ ਪੈ ਜਾਂਦੀਆਂ ਹਨ, ਅਤੇ ਪਹਿਲਾਂ 52 ਹੁੰਦੀਆਂ ਸੀਗੀਆਂ ਹੈ ਨਾ। ਤਾਂ ਮਤਲਬ ਕਿ ਹਰ ਇੱਕ ਜਿਹੜੀ ਭਾਸ਼ਾ ਸਮੂਹ ਆ ਉਹਦੀਆਂ ਆਪਣੀਆਂ ਧੁਨੀਆਂ ਹੈਗੀਆਂ ਨੇ ਹੈ ਨਾ। ਤਾਂ ਮਤਲਬ ਜਿਵੇਂ ਕਹਿ ਦਈਏ ਵੀ ਹੁਣ ਆਪਾਂ ਜਿਵੇਂ ਬੋਲਦੇ ਹੈਗੇ ਹਾਂ ਸਵਰ ਲੋਪ ਹੋ ਗਏ, ਮਤਲਬ ਕੀ ਆ, ਜਾਂ ਵਿਅੰਜਨ ਲੋਪ ਹੋ ਗਏ ਹੈ ਨਾ। ਇਹਨੂੰ ਵੀ ਆਪਾਂ ਭਾਸ਼ਾ ਸੰਜਮ ਦੇ ਵਿੱਚ ਹੀ ਮਿਣ ਲੈਂਦੇ ਹੈਗੇ ਹੈ ਨਾ। ਕਈ ਵਾਰੀ ਆਪਾਂ ਚੁਟਕੀ ਨਾਲ ਹੀ ਸਮਝਾ ਦਿੰਦੇ ਹਾਂ, ਠੀਕ ਹੈ, ਇਹ ਭਾਸ਼ਾ ਸੰਜਮ ਹੈਗੇ, ਜਾਂ ਆਪਾਂ ਅੱਖਾਂ ਦੇ ਇਸ਼ਾਰੇ ਨਾਲ ਸਮਝਾ ਦਿੰਦੇ ਹਾਂ ਨਾ, ਅਤੇ ਇਹਨੂੰ ਵੀ ਭਾਸ਼ਾ ਸੰਜਮ ਦੇ ਵਿੱਚ ਹੀ ਲੈ ਕੇ ਆਵਾਂਗੇ। ਮਤਲਬ ਵੈਸੇ ਜੀ ਲਿਖਤੀ ਰੂਪ ਦੇ ਵਿੱਚ ਜਿਵੇਂ ਹੁਣ ਆਪਾਂ ਕਹਿ ਦਈਏ ਪੰਜਾਬੀ ਦੇ ਵਿੱਚ ਆਪਾਂ ਜੇ ਆਪਾਂ ਚੱਚਾ ਪਾਉਣਾ ਤਾਂ ਅੰਗਰੇਜ਼ੀ 'ਚ ਆਪਾਂ ਨੂੰ CH ਪਾਉਣਾ ਪੈਂਦਾ ਵਾ, ਸਾਵੇਂ ਆਪਾਂ ਚੱਚੇ ਨਾਲ ਹੀ ਸਾਰ ਦਿੰਦੇ ਹਾਂ ਹੈ ਨਾ। ਤਾਂ ਇਹ ਜਿਹੜੀ ਆ ਭਾਸ਼ਾ ਸੰਜਮ ਆ ਹੈ ਨਾ। ਇਹ ਸੰਜਮ ਭਾਵ-ਅੰਸ਼, ਵਾਕਾਂਸ਼ ਜਾਂ ਵਾਕਾਂ ਦੇ ਪੱਧਰ 'ਤੇ ਵੀ ਹੁੰਦਾ ਵਾ ਹੈ ਨਾ। ਮਤਲਬ ਕਿ ਜਿਵੇਂ ਅੰਗਰੇਜ਼ੀ ਦੇ 26 ਅੱਖਰ ਨੇ, ਸਾਡੇ 41 ਨੇ, ਅਤੇ ਵੈਦਿਕ ਸੰਸਕ੍ਰਿਤ ਦੇ 52 ਸੀਗੇ ਹੈ ਨਾ। ਤਾਂ ਹਰੇਕ ਭਾਸ਼ਾ ਦੇ ਆਪਣੇ ਮਤਲਬ ਕੀ ਆ ਭਾਸ਼ਾ ਸਮੂਹ ਹੈਗਾ, ਵਰਨ ਸਮੂਹ ਹੈਗਾ, ਜਿਹਨਾਂ ਨੂੰ ਮਤਲਬ ਕਿ ਜਿਨ੍ਹਾਂ ਰਾਹੀਂ ਉਹ ਆਪਣੀਆਂ ਜਿਹੜੀਆਂ ਸਾਰੀਆਂ ਤ੍ਰਿਪਤੀਆਂ ਜਿਹੜੀਆਂ ਨੇ ਕਰ ਲੈਂਦੇ ਹੈਗੇ ਨੇ ਹੈ ਨਾ। ਅਤੇ ਅੱਗੇ ਮਤਲਬ ਕੀ ਹੈਗਾ ਜੀ, ਦੁਨੀਆ, ਇਹ ਪ੍ਰਸ਼ਨ ਆਇਆ ਹੋਇਆ ਵਾ, ਦੁਨੀਆ ਨੂੰ ਇਹ ਕਹਿਣ ਦਿਓ ਕਿ ਸਾਡੀ ਕੌਮ ਦੀ ਬੋਲੀ ਗਰੀਬ ਹੈ। ਮੈਂ ਆਪਣੀ ਮਾਂ ਬੋਲੀ ਵਿੱਚ ਜੋ ਚਾਹਾਂ ਪ੍ਰਗਟ ਕਰ ਸਕਦਾ ਹਾਂ। ਮੈਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਸੇ ਹੋਰ ਬੋਲੀ ਦੀ ਲੋੜ ਨਹੀਂ। ਇੱਥੋਂ ਪ੍ਰਸ਼ਨ ਆਇਆ ਸੀਗਾ ਸਾਨੂੰ 3704 'ਚ ਸਾਰਿਆਂ ਨੂੰ ਆਪਾਂ ਨੂੰ, ਕਿ ਮੈਨੂੰ ਆਪਣੇ ਵਿਚਾਰ
ਪੇਸ਼ ਕਰਨ ਲਈ ਕਿਸੇ ਦੂਜੀ ਭਾਸ਼ਾ ਦੀ ਲੋੜ ਨਹੀਂ। ਕਿਹਦੇ ਅਰਥ ਹਨ? ਰਸੂਲ ਹਮਜ਼ਾ ਤੋਲਦੇ। ਜਦ ਕਿ ਇਹਦੇ ਮੂਹਰਲੇ ਸ਼ਬਦ ਜਿਹੜੇ ਕਿਹੜੇ ਸੀਗੇ? ਦੁਨੀਆ ਨੂੰ ਇਹ ਕਹਿਣ ਦਿਓ ਕਿ ਸਾਡੀ ਬੋਲੀ ਕੌਮ ਦੀ ਬੋਲੀ ਗਰੀਬ ਹੈ, ਮੈਂ ਆਪਣੀ ਮਾਂ ਬੋਲੀ ਵਿੱਚ ਜੋ ਚਾਹਾਂ ਪ੍ਰਗਟ ਕਰ ਸਕਦਾ ਹਾਂ। ਇਹ ਕੋਟੇਸ਼ਨ ਮੈਂ ਅੱਜ ਹੀ ਸਕੂਲ ਦੇ ਵਿੱਚ ਬੋਲੀ ਸੀਗੀ, ਸਪੀਚ ਦਿੱਤੀ ਸੀਗੀ ਮਤਲਬ, ਤਾਂ ਮੈਂ ਇਹ ਕੋਟੇਸ਼ਨ ਲਿਖ ਲਈ ਸੀ, ਮੈਨੂੰ ਵਧੀਆ ਲੱਗੀ ਸੀ, ਮੈਂ ਬੱਚਿਆਂ ਨਾਲ ਸਾਂਝੀ ਕੀਤੀ ਜਾਊਗੀ ਇਹ। ਤੁਸੀਂ ਥੋੜ੍ਹਾ ਜਿਹਾ ਦਮ ਲੈਣਾ ਲੈ ਸਕਦੇ ਹੋ, ਠੀਕ ਹੈ। ਬਈ ਸਾਰੇ ਹੈ ਨਾ ਮੂੰਹ ਚੋਂ ਨਿਕਲ ਜਾਂਦਾ, ਤੁਸੀਂ ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਕਰਕੇ ਕਈ ਵਾਰੀ ਚਲੋ ਮਤਲਬ ਮੈਂ ਪੁੱਤ ਹੀ ਕਹਿਣਾ, ਮੈਨੂੰ ਆਦਤ ਪਈ ਹੋਈ ਹੈ ਬੱਚਿਆਂ ਨੂੰ, ਮਤਲਬ +2 ਵਾਲੇ ਮੁੰਡੇ ਕੁੜੀਆਂ ਕਈ ਵਾਰੀ ਕਹਿ ਦਿੰਦੇ ਆ ਸਰ ਤੁਸੀਂ ਬਾਹਲਾ ਨਾ ਕਰਿਆ ਕਰੋ ਪੁੱਤ, ਮਤਲਬ ਮੂੰਹ 'ਤੇ ਚੜ੍ਹਿਆ ਹੋਇਆ ਵਾ ਤੁਸੀਂ, ਠੀਕ ਹੈ। ਸੌਰੀ ਵੀ ਦੋਸਤੋ। ਅੱਗੇ ਜੀ ਸਵਰ, ਥੋੜ੍ਹੀ ਜਿਹੀ ਗ੍ਰਾਮਰ ਜਿਵੇਂ ਪਾ ਲਈ, ਮੈਂ ਕਿਹਾ ਵੀ ਥੋੜ੍ਹੀ ਕਰਕੇ ਗ੍ਰਾਮਰ ਵੀ ਕਰੀਏ ਆਪਾਂ ਨਾ। ਸਵਰ ਦੇ ਉਚਾਰਨ ਸਮੇਂ ਮੁੱਖ ਭੂਮਿਕਾ ਬੁੱਲ੍ਹ ਅਤੇ ਜੀਭ ਦੀ ਹੁੰਦੀ ਹੈ। ਸਵਰ 3 ਨੇ, ਠੀਕ ਹੈ ਜੀ। ਸਵਰ ਧੁਨੀਆਂ ਜਿਹੜੀਆਂ ਹੈਗੀਆਂ ਨੇ ਉਹ 10 ਹੈਗੀਆਂ ਨੇ, ਅਤੇ ਜਿਹੜੀ ਆਪਣੀ ਮੁਹਾਰਨੀ ਹੈਗੀ ਆ ਉਹ ਸਵਰਾਂ ਦੀ ਹੀ ਤਰਤੀਬ ਹੈਗੀ ਆ, ਹੈ ਨਾ। ਜਿਵੇਂ ਆਪਾਂ ਅੰਗਰੇਜ਼ੀ 'ਚ ਕਹੇ, ਪੰਜਾਬੀ 'ਚ ਨਹੀਂ ਬੱਚੇ ਕਰਦੇ, ਹਿੰਦੀ 'ਚ ਨਹੀਂ ਕਰਦੇ, ਛੋਟਾ ਆ ਬੜਾ ਈ ਛੋਟਾ ਈ, ਮਤਲਬ ਉਹ ਮੈਂ ਹੁਣ ਸਮਝਦਾ ਹੀ, ਕੱਲ੍ਹ ਪਰਸੋਂ ਮੈਂ ਕਿਹਾ ਦਿਲ ਹਿੰਦੀ ਦੇ ਵਿੱਚ ਵੀ ਇੱਦਾਂ ਹੈ ਨਾ ਹੈਗੇ ਆ ਛੋਟੇ ਸਵਰ ਜਾਂ ਵੱਡੇ ਸਵਰ, ਹੈ ਨਾ। ਤਾਂ ਸਵਰ ਉਚਾਰਨ ਦੀ ਪਰੰਪਰਾਵਾਦੀ ਵਿਧੀ ਜਿਹੜੀ ਹੈਗੀ ਆ ਉਹ ਮਾਤਰਾ ਦੇ ਆਧਾਰ 'ਤੇ ਹੈਗੀ ਆ। ਪਰੰਪਰਾ ਮਤਲਬ ਜਿਵੇਂ ਕਹਿੰਦੀ ਪੁਰਾਣੀ, ਹੈ ਨਾ। ਨਵੀਂ ਜਿਹੜੀ ਹੈਗੀ ਆ, ਜਿਹੜੇ ਨਵੇਂ ਵਿਗਿਆਨੀ ਨੇ ਉਹ ਬੁੱਲ੍ਹ ਅਤੇ ਜੀਭ ਦੇ ਆਧਾਰ 'ਤੇ ਮਾਪਦੇ ਆ, ਜਿਵੇਂ ਖੁੱਲ੍ਹੇ ਹੋ ਗਿਆ, ਬੰਦ ਹੋ ਗਿਆ। ਪਰ ਪਰੰਪਰਾ ਉਹਨਾਂ ਦੀ ਇੱਕ ਹੀ ਵਿਧੀ ਸੀ, ਪਰੰਪਰਾਵਾਦੀਆਂ ਦੀ ਮਾਤਰਾ ਦੇ ਆਧਾਰ 'ਤੇ ਦੀਰਘ ਸਵਰ ਅਤੇ ਲਘੂ ਸਵਰ ਹੋ ਗਏ, ਹੈ ਨਾ। ਦੀਰਘ ਸਵਰ ਅਤੇ ਲਘੂ ਸਵਰ ਆ, ਸੌਰੀ ਵੀ ਇਕੱਲਾ ਸਵਾਰੀ ਲਿਖਿਆ ਰਹਿ ਗਿਆ ਨਾ। ਜਿਹੜੇ ਮਤਲਬ ਛੋਟੀਆਂ ਜਿਵੇਂ ਔਂਕੜ ਵਾਲੇ ਹੋ ਗਏ, ਸਿਹਾਰੀ ਵਾਲੇ ਹੋ ਗਏ ਅਤੇ ਮੁਕਤੇ ਵਾਲੇ ਹੋ ਗਏ, ਇਹ ਲਘੂ ਸਵਰ ਹੋ ਗਏ, ਠੀਕ ਹੈ। ਅਤੇ ਬਾਕੀ ਜਿਹੜੇ ਹੋ ਗਏ ਲਾਵਾਂ, ਦਲਾਵਾਂ, ਬਿਹਾਰੀ, ਉਹ ਜਿਹੜੇ 7 ਜਿਹੜੇ ਨੇ, 3 + 7, 7 ਦੀਰਘ ਅਤੇ 3 ਲਘੂ, ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ, ਦੱਸਣ ਦੀ ਬਾਹਲੀ ਲੋੜ ਨਹੀਂ ਹੈਗੀ। 4 ਸਵਰ ਗੋਲ ਨੇ, ਠੀਕ ਆ ਜੀ, ਅਤੇ 6 ਜਿਹੜੇ ਸਵਰ ਨੇ ਉਹ ਗੁਲਾਈ ਰਹਿਤ ਨੇ। ਵੈਸੇ ਹੀ ਕਈ ਵਾਰੀ ਪ੍ਰਸ਼ਨ ਆ ਜਾਂਦਾ ਕਿੰਨੇ ਸਵਰ ਗੋਲ ਹਨ, ਹੈ ਨਾ। 4 6, ਠੀਕ ਹੈ ਜੀ, ਯਾਦ ਰੱਖ ਲਿਓ। ਅਗਲੇ ਸਵਰ ਕਿਹੜੇ ਹੁੰਦੇ ਨੇ, ਠੀਕ ਹੈ ਜੀ। ਈ ਐ ਐ, ਇਹ ਤਾਂ ਚਲੋ ਤੁਸੀਂ ਮੌਕੇ 'ਤੇ ਬੋਲ ਕੇ ਦੇਖ ਲਓਗੇ। ਮੇਰਾ ਮਕਸਦ ਸੀਗਾ ਵੀ ਜੀਭ ਦਾ ਜਿਹੜਾ ਉੱਪਰ ਜਦੋਂ ਮੂਹਰਲਾ ਹਿੱਸਾ ਚੱਕਿਆ ਜਾਂਦਾ ਤਾਂ ਮੂਹਰਲੇ ਸਵਰ, ਜਦੋਂ ਪਿਛਲਾ ਹਿੱਸਾ ਚੱਕਿਆ ਜਾਂਦਾ ਤਾਂ ਪਿਛਲੇ ਸਵਰ। ਇਹ ਸਿੱਧਾ ਜਿਹਾ ਫੰਡਾ ਜਿਹੜਾ ਰੱਖ ਲਿਓ, ਠੀਕ ਹੈ। ਕਈ ਵਾਰੀ ਉਹ ਪ੍ਰਸ਼ਨ ਹੋਰ ਤਰੀਕੇ ਨਾਲ ਪਾ ਦਿੰਦੇ ਆ, ਮੰਨ ਲਓ ਪੁੱਛ ਲੈਂਦੇ ਆ ਕਿ ਜਦੋਂ ਜੀਭ ਦਾ ਉੱਪਰਲਾ ਹਿੱਸਾ ਮੂਹਰਲਾ ਹਿੱਸਾ ਚੱਕਿਆ ਜਾਂਦਾ ਹੈ ਤਾਂ ਕਿਹੜੇ ਸਵਰ ਉਚਾਰੇ ਜਾਂਦੇ ਹਨ? ਗੋਲ, ਪਿਛਲੇ, ਅਗਲੇ, ਹੈ ਨਾ। ਮਤਲਬ ਇਹ ਸਿੱਧਾ ਹੀ ਰੱਖ ਲਿਓ ਵੀ ਸਾਨੂੰ ਜੇ ਇਹ 3 ਚੀਜ਼ਾਂ ਸਾਨੂੰ 4 ਚੀਜ਼ਾਂ ਪਤਾ ਵਾ ਤਾਂ ਅਗਲੀਆਂ 2 ਸਾਨੂੰ ਆਪਣੇ ਆਪ ਕਲੀਅਰ ਹੋ ਜਾਣਗੀਆਂ, ਠੀਕ ਹੈ। ਅਤੇ ਜਦੋਂ ਪਿਛਲੇ ਸਵਰ ਉਚਾਰੇ ਜਾਂਦੇ ਆ ਤਾਂ ਜੀਭ ਦਾ ਪਿਛਲਾ ਪਾਸਾ ਜਿਹੜਾ ਉੱਪਰ ਚੱਕਿਆ ਜਾਂਦਾ ਵਾ। ਨੀਵੇਂ ਸਵਰ ਜਿਹੜੇ ਹੁੰਦੇ ਨੇ ਈ ਊ, ਤਾਂ ਜੀਭ ਜਿਹੜੀ ਆ ਵੱਧ ਉੱਪਰ ਉੱਠਦੀ ਹੈ। ਸੌਰੀ ਉੱਚੇ ਸਵਰ, ਜਦੋਂ ਉੱਚੇ ਸਵਰ ਉਚਾਰੇ ਜਾਂਦੇ ਆ ਜੀਭ ਵੱਧ ਉੱਪਰ ਉੱਠਦੀ ਹੈ, ਅਤੇ ਨੀਵੇਂ ਸਵਰ ਬੋਲੇ ਜਾਂਦੇ ਆ ਤਾਂ ਜੀਭ ਜਿਹੜੀ ਹੈ ਬਿਲਕੁਲ ਨੀਵੀਂ ਹੋ ਜਾਂਦੀ ਹੈ। ਸਿੱਧਾ ਜਿਹਾ ਤਰੀਕਾ ਸੀਗਾ, ਸਾਨੂੰ ਮੈਨੂੰ ਆਇਆ ਵੀ ਇਹ ਜੇ 4 ਚੀਜ਼ਾਂ ਅਸੀਂ ਸਮਝ ਗਏ, ਹੈ ਨਾ, ਤਾਂ ਜਿਹੜੇ ਬਾਕੀ 2 ਰਹਿ ਗਏ ਤਾਂ ਉਹ ਅਸੀਂ ਆਪਣੇ ਆਪ ਸਮਝ ਜਾਵਾਂਗੇ, ਹੈ ਨਾ। ਮਤਲਬ ਅੱਧਾ ਕੁ ਸਾਨੂੰ ਪਤਾ ਲੱਗ ਜੂਗਾ। ਜਿਵੇਂ ਨੀਵੇਂ ਅਰਧ ਨੀਵੇਂ ਆ ਜਾਂਦਾ ਵਾ, ਅਰਧ ਉੱਚੇ ਆ ਜਾਂਦੇ ਆ, ਠੀਕ ਹੈ। ਗੁਲਾਈ ਰਹਿਤ ਆ ਗਏ ਤਾਂ ਉਹ ਸਾਨੂੰ ਪਤਾ ਲੱਗ ਜੂਗਾ, ਹੈ ਨਾ, ਇਸ ਚੀਜ਼ ਨਾਲ, ਜੇ ਅਸੀਂ ਅੱਧਾ ਕੁ ਪੜ੍ਹਿਆ ਹੋਊਗਾ ਤਾਂ। ਵਿਅੰਜਨ ਉਚਾਰਨ ਸਮੇਂ ਸਾਹ ਰੋਕਣ ਵਾਲੇ ਸੁਸਤ ਅੰਗ ਹੁੰਦੇ ਹਨ, ਹੈ ਨਾ। ਜਿਵੇਂ ਤਾਲੂ ਹੋ ਗਿਆ, ਉੱਪਰਲੇ ਦੰਦ ਹੋ ਗਿਆ ਅਤੇ ਬੁੱਟ। ਵੈਸੇ ਜਿਹੜੇ ਉੱਪਰਲਾ ਆਪਣਾ ਜਵਾੜਾ ਕਹਿ ਸਕਦੇ ਹਾਂ, ਦੰਦ ਕਹਿ ਤਾਲੂ ਆ, ਉਹ ਸੁਸਤ ਅੰਗ ਨੇ, ਠੀਕ ਹੈ। ਅਤੇ ਜਿਹੜੇ ਥੱਲੜੇ ਹੈਗੇ ਨੇ ਹਰਕਤ ਕਰਦੇ ਹੈਗੇ ਆ, ਚੁਸਤ ਅੰਗ ਨੇ। ਜਿਵੇਂ ਜੀਭ ਹੋ ਗਿਆ ਜਾਂ ਮਤਲਬ ਥੱਲੜਾ, ਹੈ ਨਾ, ਕੰਠ ਹੋ ਗਿਆ ਸਾਡਾ, ਇਹ ਚੁਸਤ ਅੰਗ ਨੇ ਮਤਲਬ। ਤਾਂ ਜਿਹੜੇ ਇਹ ਨੇ ਮਤਲਬ ਕੀ ਆ, ਉੱਪਰਲੇ ਚੀਜ਼ਾਂ ਸਾਹ ਆਪਣਾ ਜਿਵੇਂ ਕਹਿ ਦਈਏ ਸੰਘ ਜਾਂ ਕਹਿ ਦਈਏ ਦੰਦ ਉੱਪਰਲੇ ਸਾਹ ਰੋਕਦੇ ਆ, ਅਤੇ ਮਤਲਬ ਕੀ ਆ ਜਿਹੜੀ ਜੀਭ ਉਹ 'ਚ ਵੱਜ ਕੇ ਮਤਲਬ ਕਿ ਮੁੜਦੀ ਹੈਗੀ, ਉਹਨੂੰ ਆਪਾਂ ਕੀ ਆ ਚੁਸਤ ਅੰਗ ਦੇ ਵਿੱਚ ਗਿਣਦੇ ਹੈਗੇ ਆ। ਉਮੀਦ ਆ ਵੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਸਾਰਿਆਂ ਨੂੰ। ਹਾਂਜੀ ਅੱਗੇ ਜੀ, ਣਈਏ ਦੀ ਥਾਂ 'ਤੇ ਗੱਗਾ ਉਚਾਰਿਆ ਜਾਂਦਾ, ਹੈ ਨਾ, ਅਤੇ ਅਣਈਏ ਦੀ ਥਾਂ 'ਤੇ ਜੱਜਾ। ਚਲੋ ਇਹਨਾਂ ਦਾ ਹੁਣ ਬਾਹਲਾ ਮਤਲਬ ਕੀ ਆ ਪਤਾ ਜਿਹਾ ਨਹੀਂ ਲੱਗਦਾ, ਹੈ ਨਾ, ਬੋਲਣ ਦਾ, ਕਿਉਂਕਿ ਅਲੋਪ ਹੀ ਹੋ ਗਿਆ। ਕਈ ਵਾਰੀ ਕੁਐਸਚਨ ਪੁੱਛ ਲਿਆ ਜਾਂਦਾ, ਜਿਵੇਂ ਜੰਜ, ਹੈ ਨਾ, ਆਪਾਂ ਅਣਈਆਂ ਤਾਂ ਪਾਉਂਦੇ ਹੀ ਨਹੀਂ ਗੇ, ਜੱਜਾ ਮਤਲਬ ਨਿਕਲਦਾ ਹੈਗਾ ਨਾ ਮੂੰਹ ਤੋਂ। ਇੱਦਾਂ ਹੀ ਮਤਲਬ ਕੀ ਹੈਗਾ ਵਾ, ਣਈ ਥਾਂ 'ਤੇ ਗੱਗਾ। ਇਹਦੀ ਵੀ ਤੁਸੀਂ ਉਦਾਹਰਨ ਮਤਲਬ ਕਿ ਆਪਣੇ ਆਪ ਸੋਚ ਕੇ ਦੇਖ ਸਕਦੇ ਹੋ। ਮੇਰੇ ਯਾਦ ਸੀਗੀ ਹੁਣ, ਅਤੇ ਹੁਣ ਨਿਕਲ ਗਈ ਦਿਮਾਗ ਦੇ ਵਿੱਚੋਂ। ਮਤਲਬ ਜਦੋਂ ਮੈਂ ਲਿਖਿਆ ਸੀ ਉਦੋਂ ਮੈਂ 2-3 ਉਦਾਹਰਨਾਂ ਸੋਚੀਆਂ ਸੀ ਵੀ ਤੁਹਾਨੂੰ ਦੱਸਣ ਦੇ ਲਈ। ਜਿਵੇਂ ਕੰਘਾ ਕਹਿ ਦਈਏ ਆਪਾਂ ਨਾ, ਕੰਘਾ ਵਗੈਰਾ ਜਾਂ ਕੰਘਾ, ਉਹ ਤਾਂ ਗੱਗਾ ਘੱਗਾ ਹੋ ਗਿਆ, ਹੈ ਨਾ। ਚਲੋ ਤੁਸੀਂ ਇਹ ਮਤਲਬ ਯਾਦ ਰੱਖ ਲਿਓ, ਮਤਲਬ ਨਾ ਆਹ ਤਾਂ ਚਲੋ ਸੌਖਾ ਹੀ ਹੈ, ਜੰਜ ਤੋਂ ਤੁਸੀਂ ਦਿਮਾਗ ਦੇ ਵਿੱਚ ਰੱਖ ਲਿਓ, ਹੈ ਨਾ। ਅੱਗੇ ਜੀ ਸੁਰ ਦਾ ਸੰਬੰਧ ਕੀ ਹੈ, ਕੰਠ ਦੇ ਨਾਲ ਹੈਗਾ ਵਾ। ਜਦੋਂ ਉਹ ਮਤਲਬ ਆਪਾਂ ਬੋਲਦੇ ਹਾਂ ਤਾਂ ਆਵਾਜ਼ ਕੰਠ 'ਚੋਂ ਆਉਂਦੀ ਹੈਗੀ। ਜਿਵੇਂ ਹੁਣ ਆਪਾਂ ਬੋਲ ਕੇ ਥੱਕ ਜਾਂਦੇ ਹਾਂ, ਹੈ ਨਾ, ਮਤਲਬ ਕੀ ਹੈ ਥੋੜ੍ਹਾ ਜਿਹਾ ਗਲ ਘੁੱਟ ਦਿਓ, ਆਵਾਜ਼ ਦੀ ਜਿਹੜੀ ਆਵਾਜ਼ ਬਦਲ ਜਾਂਦੀ ਹੈ ਆਪਣੀ, ਹੈ ਨਾ। ਮਤਲਬ ਤੁਸੀਂ ਹੱਥ ਰੱਖ ਕੇ ਘੁੱਟ ਕੇ ਦੇਖੋਗੇ, ਹਾਂ, ਮਤਲਬ ਸੁਰ ਦਾ ਸੰਬੰਧ ਮਤਲਬ ਬਦਲ ਜਾਂਦੀ ਹੈ ਕੰਠ ਦੇ ਨਾਲ, ਸਾਡੇ ਗਲੇ ਦੇ ਨਾਲ। ਮੀਂਹ ਵਾਂਗ ਵਰਦੀ ਭਾਸ਼ਾ ਕਹੀ ਜਾਂਦੀ ਹੈ, ਠੀਕ ਹੈ ਜੀ, ਪ੍ਰਕਿਰਤਕ ਭਾਸ਼ਾ। ਮੀਂਹ ਵਾਂਗ ਵਰਦੀ ਭਾਸ਼ਾ ਪ੍ਰਕਿਰਤਕ ਭਾਸ਼ਾ। ਸਾਦੀ ਸੀਗੀ, ਆਮ ਲੋਕਾਂ ਦੀ ਭਾਸ਼ਾ ਸੀ, ਫਟਾਕ ਬੋਲਦੇ ਹੁੰਦੇ ਸੀ ਜਦੋਂ ਮਤਲਬ ਕਿ ਸੰਸਕ੍ਰਿਤ ਤੋਂ ਬਾਅਦ ਪ੍ਰਕਿਰਤਾਂ ਦਾ ਸਮਾਂ ਆਇਆ ਸੀਗਾ। ਪੰਜਾਬੀ ਸਿੱਖਾਂ ਦੀ ਭਾਸ਼ਾ ਹੈ, ਠੀਕ ਹੈ ਜੀ। ਇਹਨੂੰ ਕਿਹਾ ਵਿਲੀਅਮ ਕੇਰੀ ਨੇ, ਠੀਕ ਹੈ ਜੀ, ਆਪਣੀ ਗ੍ਰਾਮਰ ਦੇ ਵਿੱਚ ਜਦੋਂ ਲਿਖੀ ਸੀ ਉਹਨਾਂ ਨੇ, ਇਹਨੂੰ ਸਿੱਖਾਂ ਦੀ ਭਾਸ਼ਾ ਜਿਹੜਾ ਵਾ ਕਿਹਾ ਹੋਇਆ ਉਹਨਾਂ ਨੇ।
ਹਾਮਦ ਜਟਕੀ ਆਖਦਾ, ਠੀਕ ਹੈ ਜੀ। ਜਿਹੜਾ ਅਬੁਲ ਫਜ਼ਲ ਹੈਗਾ ਉਹ ਮੁਲਤਾਨੀ ਆਖਦਾ, ਅਬੁਲ ਫਜ਼ਲ ਜਿਹੜਾ ਹੈਗਾ ਵਾ ਉਹ ਮੁਲਤਾਨੀ ਆਖਦਾ ਹੈਗਾ, ਮਤਲਬ ਪੰਜਾਬੀ ਨੂੰ ਮੁਲਤਾਨੀ। ਅੱਗੇ ਜੀ ਪਾਇਨਣੀ ਦੀ ਵਿਆਕਰਨ ਵਿੱਚ ਪੰਜਾਬ ਦਾ ਕੀ ਨਾਮ ਹੈਗਾ ਵਾ, ਵਹੀਕ ਦੇਸ਼, ਵਹੀਕ ਦੇਸ਼। ਇਹ ਤੁਸੀਂ ਪੜ੍ਹਿਆ ਹੋਣਾ SST ਵਾਲਿਆਂ ਨੇ। ਅੱਗੇ ਇਹਦੀ ਅਪੋਹ ਸਿਧਾਂਤ, ਇਹ ਆਇਆ ਸੀ 3704 'ਚ। ਅਪੋਹ ਸਿਧਾਂਤ ਕਿਹਦੀ ਦੇਣ ਆ, ਬੋਧੀ ਸਕੂਲ ਦੀ ਦੇਣ ਹੈਗੀ ਆ। ਕਿਸੇ ਚੀਜ਼ ਨੂੰ ਨਕਾਰਨਾ, ਹੈ ਨਾ, ਕੇਵਲ ਕਹਿੰਦੇ ਨਕਾਰਨ ਨਾਲ ਹੀ ਸ਼ਬਦ ਜਿਹੜੇ ਨੇ ਅਰਥ ਨੇ ਉਹ ਕਲੀਅਰ ਹੁੰਦੇ ਨੇ। ਮੰਨ ਲਓ ਜੇ ਮੈਂ ਪੈਨ ਮੰਗਿਆ ਹੈ ਨਾ ਤਾਂ ਮੈਂ ਬਾਕੀ ਚੀਜ਼ਾਂ ਨੂੰ ਨਕਾਰਿਆ ਵਾ। ਮੰਨ ਲਓ ਜੇ ਮੈਂ ਕਿਸੇ ਮਤਲਬ ਪਸ਼ੂ ਦਾ ਨਾਂ ਲੈਣਾ ਵਾ, ਘੋੜਾ ਲੈਣਾ ਵਾ, ਇਹਦਾ ਮਤਲਬ ਮੈਂ ਮੱਝ ਨੂੰ ਜਾਂ ਕੱਟੇ ਨੂੰ ਜਾਂ ਹੋਰ ਚੀਜ਼ਾਂ ਨੂੰ ਨਕਾਰਤਾ, ਸਿਰਫ ਮੈਂ ਉਹਦੀ ਗੱਲ ਕਰਦਾ ਪਿਆ, ਹੈ ਨਾ। ਤਾਂ ਇਹ ਦਿਮਾਗ ਦੇ ਵਿੱਚ ਬਿਠਾ ਲਿਓ ਵੀ ਅਪੋਹ ਦਾ ਸਿਧਾਂਤ ਹੁੰਦਾ ਨਕਾਰਨਾ। ਬੋਧੀ ਸਕੂਲ ਦਾ ਇਹ ਦੇਣ ਹੈਗੀ ਆ, ਸ਼ਬਦਾਂ ਦੇ ਅਰਥ। ਅੱਗੇ ਇਹਦਾ ਸਫੋਟ ਸਿਧਾਂਤ, ਪੂਰਨ ਸੰਕੇਤ, ਇਹ ਤਾਂ ਹੈਗਾ ਭਰਤਰੀ ਹਰੀ ਦਾ। ਵਾਕਿਆਦੀਪ ਇਹਨਾਂ ਦਾ ਗ੍ਰੰਥ ਲਿਖਿਆ ਹੋਇਆ ਭਰਤਰੀ ਹਰੀ ਦਾ, ਇਹ ਆਇਆ ਸੀਗਾ ਲੈਕਚਰਾਰ ਦੇ ਵਿੱਚ। ਭਰਤਰੀ ਹਰੀ ਦਾ ਜਿਹੜਾ ਗ੍ਰੰਥ ਸੀ ਵਾਕਿਆਦੀਪ, ਅਤੇ ਸਫੋਟ ਸਿਧਾਂਤ ਦਿੱਤਾ ਇਹਨਾਂ ਨੇ, ਠੀਕ ਆ। ਪੂਰਨ ਸੰਕੇਤ, ਜਦੋਂ ਅਸੀਂ ਮਤਲਬ ਕਿ ਸ਼ਬਦ ਬੋਲਦੇ ਹੈਗੇ ਹਾਂ, ਅੱਖਰ ਬੋਲਦੇ ਹੈਗੇ ਹਾਂ ਜਾਂ ਧੁਨੀਆਂ ਬੋਲਦੇ ਹੈਗੇ ਹਾਂ, ਮਤਲਬ ਕੀ ਆ ਤਾਂ ਪੂਰਨ ਅਰਥ ਜਿਹੜਾ ਵਾ ਸਪਸ਼ਟ ਹੋ ਜਾਂਦਾ ਸਾਨੂੰ। ਮੈਂ ਪਾਣੀ ਪੀਣਾ ਹੈ ਜਾਂ ਮੈਂ ਜਾਣਾ ਹੈ, ਮਤਲਬ ਕਿ ਅਸੀਂ ਪੂਰਨ ਰੂਪ ਦੇ ਵਿੱਚ ਉਸ ਚੀਜ਼ ਦੇ ਵੱਲ ਇਸ਼ਾਰਾ ਕਰਦੇ ਪਏ ਹਾਂ, ਹੈ ਨਾ। ਸ਼ਬਦ ਧੁਨੀਆਂ ਦੀ ਲੜੀ ਹੁੰਦੀ ਹੈ ਨਾ, ਮਤਲਬ ਮੈਂ ਪਾਣੀ ਪੀਣਾ ਹਾਂ ਜਾਂ ਮੈਂ ਸਕੂਲ ਜਾਣਾ ਹਾਂ, ਮਤਲਬ ਸ਼ਬਦਾਂ ਦੀ ਇੱਕ ਲੜੀ ਚੱਲਦੀ ਹੈਗੀ, ਜਿੱਥੋਂ ਇੱਕ ਪੂਰਾ ਕੀ ਆ ਅਰਥ ਜਿਹੜਾ ਵਾ ਉਤਪੰਨ ਹੁੰਦਾ ਹੈਗਾ ਕਿ ਅਸੀਂ ਕੀ ਕਹਿਣਾ ਚਾਹੁੰਦੇ ਹੈਗੇ ਹਾਂ। ਹਾਂਜੀ, ਧੰਨਵਾਦ ਜੀ ਸਾਰਿਆਂ ਦਾ, ਤੁਸੀਂ ਸੁਣ ਲਿਆ। ਹੁਣ ਤੁਹਾਡੇ ਲਈ 2 ਕੁਐਸਚਨ ਛੱਡਿਆ ਲਾਸਟ 'ਤੇ ਮੈਂ, ਠੀਕ ਹੈ ਜੀ। ਆਓ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ, ਠੀਕ ਹੈ ਵੀ ਤੁਸੀਂ ਮਤਲਬ ਕਿ ਪੜ੍ਹੇ ਹੋਣੇ ਮਾੜੇ ਮੋਟੇ ਜਾਂ ਮਤਲਬ ਵਾਕ ਵਟਾਂਦਰਾ ਜਾਂ ਕੁਛ ਵੀ ਗ੍ਰਾਮਰ ਬਾਰੇ। ਆਓ ਸੈਰ ਨੂੰ ਚੱਲੀਏ, ਵਾਕ ਦੀ ਕਿਹੜੀ ਕਿਸਮ ਆ, ਅਤੇ ਢਿੱਡ ਭਰ ਜਾਂਦਾ ਹੈ ਪਰ ਨੀਤ ਨਹੀਂ ਭਰਦੀ, ਠੀਕ ਆ। ਇਹ ਕਿਹੜਾ ਜਿਹੜਾ ਵਾ ਸੈਂਟੈਂਸ ਹੈਗਾ। ਤੁਸੀਂ ਦੋਨੇ ਵਾਕਾਂ ਦੀਆਂ ਕਿਸਮਾਂ ਜਿਹੜੀਆਂ ਮੈਨੂੰ ਕੀ ਆ ਕਮੈਂਟ ਕਰਕੇ ਦੱਸ ਦਿਓ। ਦੇਖੋ ਜੀ, ਮੇਰਾ ਮਕਸਦ ਜਿਹੜਾ ਵਾ ਉਹ ਵਿਊ ਇਕੱਠੇ ਕਰਨਾ ਨਹੀਂ ਹੈਗਾ। ਮੇਰਾ ਮਕਸਦ ਸਿਰਫ ਕੀ ਆ, ਸਹੀ ਨੌਲੇਜ ਪਹੁੰਚਾਉਣਾ ਵਾ। ਗਲਤੀਆਂ ਮੇਰੇ 'ਚ ਵੀ ਹੋਣਗੀਆਂ, ਠੀਕ ਹੈ ਜੀ, ਪੂਰਾ ਕੋਈ ਵੀ ਨਹੀਂ ਹੁੰਦਾ ਗਾ। ਮੈਂ ਵਾਰ-ਵਾਰ ਕਹਿ ਰਿਹਾ ਵਾਂ, ਹੋ ਸਕਦਾ ਕਿਸੇ ਨੂੰ ਮਤਲਬ ਕਿ ਮੇਰੀ ਮਤਲਬ ਵੀਡੀਓ ਨਾ ਚੰਗੀ ਲੱਗਦੀ ਹੋਵੇ ਜਾਂ ਮਤਲਬ ਮੇਰੀਆਂ ਗੱਲਾਂ ਨਾ ਚੰਗੀਆਂ ਲੱਗਦੀਆਂ। ਹੁਣ ਪਹਿਲਾਂ ਤਾਂ ਮੈਂ ਉਹਨਾਂ ਤੋਂ ਮਾफ़ੀ ਮੰਗਦਾ, ਠੀਕ ਹੈ, ਜਿਨ੍ਹਾਂ ਦਾ ਮੈਂ ਕੁਛ ਬਣਾ ਨਹੀਂ ਸਕਿਆ ਜਾਂ ਜਿਨ੍ਹਾਂ ਦਾ ਮਤਲਬ ਮੈਂ ਕੁਛ ਜਾਂ ਜਿਨ੍ਹਾਂ ਨੂੰ ਮੈਂ ਚੰਗਾ ਨਹੀਂ ਲੱਗ ਸਕਿਆ, ਹੈ ਨਾ। ਤਾਂ ਫਿਰ ਵੀ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੇਰੇ ਚੰਗੀ ਤੋਂ ਚੰਗੀ ਵਧੀਆ ਚੀਜ਼ ਜਿਹੜੀ ਤੁਹਾਡੇ ਤੱਕ ਪਹੁੰਚਾਈ ਜਾਵੇ। ਬਹੁਤ ਨੋਟਸ ਨੇ ਮੇਰੇ ਕੋਲ, ਮੈਂ ਤਿਆਰੀ ਕੀਤੀ, ਮੈਂ ਸ਼ੁਰੂ ਤੋਂ ਲਿਖਣ ਦੀ ਆਦਤ ਪਈ ਹੋਈ ਹੈ। ਮੈਨੂੰ ਆਇਆ ਕਿ ਪਏ ਹੀ ਰਹਿ ਜਾਣੇ ਆ ਕਿ ਵੰਡ ਦਈਏ। ਮਹਾਰਾਜ ਸਾਨੂੰ ਵੀ ਤਾਰੇ ਅਤੇ ਨਾਲ ਮਤਲਬ ਕੀ ਆ ਹੋਰਾਂ ਨੂੰ ਵੀ ਤਾਰੇ, ਠੀਕ ਹੈ ਜੀ। ਸਾਡਾ ਨੰਬਰ ਬਾਅਦ 'ਚ ਭਾਵੇਂ ਆ ਜਾਵੇ, ਮਤਲਬ ਕੋਈ ਦਿੱਕਤ ਨਹੀਂ ਹੈਗੀ ਗੀ। ਤਾਂ ਇਹ 2 ਵਾਕ ਤੁਸੀਂ ਮੈਨੂੰ ਜ਼ਰੂਰ ਦੱਸਣੇ ਆ, ਠੀਕ ਹੈ ਜੀ। ਆਓ ਸੈਰ ਨੂੰ ਚੱਲੀਏ, ਕਿਹੜੀ ਕਿਸਮ ਦੀ ਵਾਕ ਆ, ਦੇਖੋ, ਆਓ ਸੈਰ ਨੂੰ ਚੱਲੀਏ ਬੋਲ ਕੇ ਦੇਖ ਲਈਦਾ ਹੁੰਦਾ ਵਾਕ ਬਈ, ਠੀਕ ਹੈ। ਮੈਂ ਪਿਛਲੀ ਵਾਰੀ ਗਲਤੀ ਕਰ ਗਿਆ, ਇਹ ਮਤਲਬ ਮੇਰਾ ਵਾਕ ਚੰਗਾ ਭਲਾ ਪਤਾ ਸੀਗਾ, ਪਰ ਉੱਥੇ ਜਿਵੇਂ ਕਹਿ ਦਈਏ ਜਿਵੇਂ A ਲਾਉਣਾ ਹੁੰਦਾ B ਲਾਉਣਾ ਹੁੰਦਾ, ਉਹ ਚੀਜ਼ ਮੈਨੂੰ ਪਤਾ ਬਈ ਉਹ ਮੈਂ 3 ਨੰਬਰ ਕਿਵੇਂ ਗਵਾਏ ਹੋਏ ਆਪਦੇ, ਅਤੇ ਉਦੋਂ ਸੰਤਾਪ ਮੈਂ ਹਜੇ ਤੱਕ ਨਹੀਂ ਭੁੱਲਿਆ ਹੈਗਾ। ਅਤੇ ਅੱਗੇ ਬੋਲ ਕੇ ਦੇਖ ਲਿਓ, ਠੀਕ ਹੈ। ਢਿੱਡ ਭਰ ਜਾਂਦਾ ਹੈ ਪਰ ਨੀਤ ਨਹੀਂ ਭਰਦੀ, ਇਹ ਕਿਹੜਾ ਵਾਕ ਹੈਗਾ ਵਾ। ਧੰਨਵਾਦ ਜੀ ਸਾਰਿਆਂ ਦਾ।